रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 21 ਜੂਨ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਸਾਡੇ ਪ੍ਰੋਗਰਾਮਸ ਤੁਸੀਂ KRPA 1110 AM ਤੇ ਸੁਣ ਸਕਦੇ ਹੋ ਤੇ ਦੁਨੀਆ ਭਰ 'ਚ ਪ੍ਰੋਗਰਾਮ ਸੁਣਨ ਦੇ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ radioindia.ca। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਗੱਲਬਾਤ ਦਾ ਸਿਲਸਿਲਾ ਆਪਾਂ ਅੱਜ ਸ਼ੁਰੂ ਕਰਦੇ ਹਾਂ ਪੰਜਾਬ ਤੋਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਉਹ ਗੈਂਗਸਟਰ ਮੁਕਤ ਭੂਮੀ ਬਣਾ ਦੇਣਗੇ। ਉਹਨਾਂ ਨੇ ਸਹੁੰ ਖਾਧੀ ਆ। ਉਹ ਕਹਿੰਦੇ ਵੀ ਜਿੰਨੇ ਵੀ ਖਤਰਨਾਕ ਅਪਰਾਧੀ ਉੱਥੇ ਹੈਗੇ ਆ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਬਖਸ਼ਣਗੇ ਨਹੀਂ। ਤੇ ਉਹ ਕਹਿੰਦੇ ਆ ਕਿ ਜਿਹੜੀ ਉਹਨਾਂ ਦੀ ਸਰਕਾਰ ਆ ਉਹ ਗੈਂਗਸਟਰਸ ਨੂੰ ਲੈ ਕੇ ਨਹੀਂ ਆਈ ਪਿੱਛੇ ਤੋਂ। ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਇਹ ਸਾਰਾ ਜਿਹੜਾ ਗੈਂਗਵਾਦ ਹੈਗਾ ਗੈਂਗਸ ਨੂੰ ਪੈਦਾ ਉਹਨਾਂ ਨੇ ਕੀਤਾ। ਉਹਨਾਂ ਦੀ ਸਰਪ੍ਰਸਤੀ ਦੇ ਹੇਠ ਹੀ ਜਿਹੜੇ ਗੈਂਗ ਆ ਇਹ ਵਧੇ ਫੁੱਲੇ ਆ ਪੰਜਾਬ ਦੇ ਵਿੱਚ। ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ? ਦੇਖੋ, ਦੂਸਰਿਆਂ ਨੂੰ ਲੈਕਚਰ ਦੇਣ ਤੋਂ ਪਹਿਲਾਂ ਦਿੱਲੀ ਦੇ ਹਾਲਾਤ ਵੇਖਣ। ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਤਾ ਕਿ ਹਿੰਦੁਸਤਾਨ ਦੇ ਵਿੱਚ ਜ਼ਿਆਦਾ ਗੈਂਗਸਟਰ ਮੁੰਬਈ ਦੇ ਵਿੱਚ ਹੁੰਦੇ ਸੀ। ਹਾਂਜੀ। ਜਿਹੜੇ ਵੱਡੇ ਵੱਡੇ ਮਤਲਬ ਛੋਟੇ ਛੋਟੇ ਤਾਂ ਆਮ ਤਾਂ ਤੁਰੇ ਹੀ ਫਿਰਦੇ ਸੀ। 1993 ਦੇ ਵਿੱਚ ਉੱਥੇ ਬੰਬ ਧਮਾਕੇ ਹੋਏ, ਖਾਸ ਤੌਰ ਤੇ ਦਲਾਲ ਸਟਰੀਟ, ਕਿਉਂਕਿ ਬੰਬੇ ਸਾਡੀ ਇਹ ਕਹ ਲਓ ਕਿ ਇੱਕ ਇਕਨੋਮਿਕ ਰਾਜਧਾਨੀ, ਆਰਥਿਕ ਰਾਜਧਾਨੀ ਹੈ। ਜਿਹੜਾ ਕੇਂਦਰੀ ਸਰਕਾਰ ਦਾ ਬਜਟ ਮੋਸਟਲੀ ਉੱਥੋਂ ਆਉਂਦਾ, ਇੰਨਾ ਵਪਾਰ ਉੱਥੇ ਚੱਲਦਾ। ਤੇ ਉਹਨਾਂ ਨੇ ਉਸ ਤੋਂ ਬਾਅਦ ਸਾਰੀਆਂ ਸੈਂਟਰਲ ਏਜੰਸੀਜ਼ ਨੇ ਤੇ ਮਹਾਰਾਸ਼ਟਰ ਪੁਲਿਸ ਨੇ ਇਹ ਫੈਸਲਾ ਕੀਤਾ ਕਿ ਇਹ ਗੰਦਮੰਦ ਜਿਹੜਾ ਇੱਥੋਂ ਕੱਢਣਾ ਪੈਣਾ, ਕਿਉਂਕਿ ਉਹਨਾਂ ਦੇ ਕਨੈਕਸ਼ਨ ਸੀਗੇ ਪੋਲੀਟੀਸ਼ੀਅਨਸ ਦੇ ਨਾਲ, ਪੁਲਿਸ ਦੇ ਨਾਲ ਤਾਂ ਆਬਵੀਅਸਲੀ ਹੁੰਦੇ ਆ ਉਹਨਾਂ ਦੇ। ਤੇ ਉਹ ਸਾਰਿਆਂ ਨੂੰ ਫਿਰ ਇੱਕ ਕੌੜਾ ਘੁੱਟ ਭਰਨਾ ਹੀ ਪਿਆ ਕਿ ਉੱਥੋਂ ਸਾਰੇ ਹੀ ਉਹਨਾਂ ਨੇ ਸਫਾਇਆ ਕਰਤਾ। ਵੈਸੇ ਇਹ ਉਸ ਤੋਂ ਬਾਅਦ ਜਿਹੜੀ ਰਾਜਧਾਨੀ ਬਣੀ ਆ ਗੈਂਗਸਟਰ ਦੀ, ਹਿੰਦੁਸਤਾਨ ਦੇ ਕਿਸੇ ਵੀ ਕ੍ਰਿਮੀਨੋਲੋਜਿਸਟ ਨੂੰ ਪੁੱਛ ਕੇ ਦੇਖ ਲਓ, ਉਹ ਹੈਗੀ ਦਿੱਲੀ। ਹਾਂਜੀ। ਸਭ ਤੋਂ ਜ਼ਿਆਦਾ ਗੈਂਗਸ ਜਿਹੜੀਆਂ ਦਿੱਲੀ ਦੇ ਵਿੱਚ। ਤੁਸੀਂ ਇਹ ਦੇਖ ਲਓ ਕਿ ਲਾਰੈਂਸ ਬਿਸ਼ਨੋਈ ਨੂੰ ਕਿੱਥੋਂ ਲੈ ਗਏ? ਦਿੱਲੀ ਦੀ ਤਿਹਾੜ ਜੇਲ੍ਹ ਚੋਂ ਲੈ ਗਏ। ਬਿਲਕੁਲ। ਦਿੱਲੀ ਦੀਆਂ ਜੇਲ੍ਹਾਂ ਦੇ ਜ਼ਿੰਮੇਵਾਰ ਕੌਣ ਆ? ਅਰਵਿੰਦ ਕੇਜਰੀਵਾਲ। ਹਾਂਜੀ। ਇਹ ਬੰਦੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਉੱਥੇ ਗਵਾਈਆਂ ਕਰਾਉਂਦੇ, ਉੱਥੇ ਫਰੌਤੀਆਂ ਲੈਂਦੇ ਆ, ਉੱਥੋਂ ਕਤਲ ਕਰਾਉਂਦੇ ਆ ਵਿੱਚ ਬੈਠੇ। ਸੋ ਪੰਜਾਬ ਦਾ ਇਮੇਜ ਇਹ ਪਹਿਲਾਂ ਵੀ ਕਰਦੇ ਰਹੇ ਆ ਖਰਾਬ ਕਰਨੀ। ਹੁਣ ਪੰਜਾਬ ਬਾਰੇ ਗੱਲ ਕਰਨੀ ਕਿ ਹਰ ਪੰਜਾਬੀ ਕਿਤੇ ਸ਼ਰਾਬੀ ਆ, ਹਰ ਪੰਜਾਬੀ ਡਰੱਗ ਲੈਂਦਾ ਆ, ਹਰ ਪੰਜਾਬੀਆਂ ਨੂੰ ਤਾਂ ਅਕਲ ਹੀ ਕੋਈ ਨਹੀਂ। ਪੰਜਾਬ 'ਚ ਐਜੂਕੇਸ਼ਨ ਸਿਸਟਮ ਬਹੁਤ ਮਾੜਾ। ਇਹ ਤਾਂ ਬਹੁਤ ਮਾੜਾ। ਦਿੱਲੀ ਵਾਲਿਆਂ ਦਾ ਸਵੀਡਨ ਦੇ ਬਰਾਬਰ ਆ। ਹਾਂਜੀ। ਤੇ ਹੁਣ ਜਦੋਂ ਅੰਕੜੇ ਆਏ ਉਸ ਤੋਂ ਪਤਾ ਲੱਗਾ ਕਿ ਪੰਜਾਬੀ ਐਕਚੁਅਲੀ ਵਧੀਆ ਸਟੂਡੈਂਟ ਆ। ਤੇ ਇਹ ਕਹਿੰਦੇ ਅੰਕੜੇ ਗਲਤ ਆ। ਉਹ ਬਸ ਤੁਸੀਂ ਉਹ ਕਹਿੰਦੇ ਨੇ ਕਿ ਉਸ ਤੋਂ ਬਾਅਦ ਵੀ ਬੋਲੋ ਕਿੱਦਾਂ ਗਲਤ ਆ। ਹਾਂਜੀ। ਜੇ ਉਹ ਪੰਜਾਬ ਬਾਰੇ ਗਲਤ ਆ ਤਾਂ ਬਾਕੀ ਦੇਸ਼ਾਂ ਸੂਬਿਆਂ ਬਾਰੇ ਵੀ ਗਲਤ ਹੋਣੇ ਆ ਕਿਸੇ ਤਰੀਕੇ ਨਾਲ। ਨੈਸ਼ਨਲ ਸਰਵੇ ਆ। ਹਾਂਜੀ। ਉਹਨੂੰ ਦੱਸਣ ਤਾਂ ਸਹੀ ਵੀ ਪੰਜਾਬ ਬਾਰੇ ਕਿੱਦਾਂ ਗਲਤ ਹੈ। ਤੇ ਉਹਨਾਂ ਬਾਰੇ ਸਹੀ ਕਿਵੇਂ ਸੀ? ਤੇ ਉਹਨਾਂ ਬਾਰੇ ਉਹਨਾਂ ਨੂੰ ਕਿਵੇਂ ਉਲਟਾ ਕਰ ਦਿੱਤਾ। ਹਾਂਜੀ। ਹੁਣ ਸਭ ਤੋਂ ਗੈਂਗਸ ਜਿਹੜੀਆਂ ਜ਼ਿਆਦਾ ਦਿੱਲੀ ਦੇ ਵਿੱਚ ਆ, ਗੈਂਗਸਟਰ ਜਿਹੜੇ ਦਿੱਲੀ ਦੇ ਵਿੱਚ ਜੇਲ੍ਹਾਂ 'ਚ ਬੈਠੇ ਆ, ਉਹ ਉੱਥੇ ਦਿੱਲੀ ਦੇ ਵਿੱਚ ਹੀ ਅਗਵਾ ਕਰਵਾ ਰਹੇ। ਸਾਡੇ ਨਹੀਂ ਕਰਵਾ ਰਹੇ। ਸਾਡੇ ਤਾਂ ਚਲੋ ਸਿੱਧੂ ਮੂਸੇਵਾਲਾ ਦਾ ਕਤਲ ਤੋਂ ਬਾਅਦ ਪਤਾ ਲੱਗਾ ਕਿ ਲਾਰੈਂਸ ਬਿਸ਼ਨੋਈ ਵੀ ਕੋਈ ਬੰਦਾ ਹੈ। ਇਹਨਾਂ ਦੀ ਗੈਂਗ ਉੱਥੇ ਦਿੱਲੀ ਦੇ ਵਿੱਚ ਵੱਡੇ ਵੱਡੇ ਧਨਾੜਾਂ ਦੇ ਬੱਚੇ ਅਗਵਾ ਕਰਾਉਂਦੀ ਆ, ਉਹਨਾਂ ਨੂੰ ਬਿਜ਼ਨਸਮੈਨ ਨੂੰ ਅਗਵਾ ਕਰਾਉਂਦੇ ਆ, ਉਹਨਾਂ ਤੋਂ ਫਰੌਤੀਆਂ ਲੈਂਦੇ ਆ, ਫਿਰ ਉੱਥੇ ਬੈਠੇ ਹੀ ਕਤਲ ਕਰਾਉਂਦੇ ਆ। ਇਹ ਇੰਟੈਲੀਜੈਂਸ ਬਿਊਰੋ ਨੇ ਇੱਕ ਵਾਰੀ 1997-98 ਦੇ ਵਿੱਚ ਇਨਵੈਸਟੀਗੇਸ਼ਨ ਵੀ ਕੀਤੀ ਸੀ, ਬਹੁਤ ਸੀਰੀਅਸ, ਕਿਉਂਕਿ 93 ਤੋਂ ਬਾਅਦ ਉਹਨਾਂ ਦਾ ਖਿਆਲ ਆਇਆ ਕਿ ਗੈਂਗਸਟਰ ਜਿਹੜੇ ਜ਼ਿਆਦਾ ਹੀ ਹੋਈ ਜਾਂਦੇ ਆ। ਹੁਣ ਇੱਕ ਵਾਰ ਫਿਰ ਹੋ ਗਿਆ। ਉਸ ਵੇਲੇ ਉਹਨਾਂ ਨੇ ਐਨਾਲਿਸਿਸ ਕੀਤਾ ਸੀ ਕਿ ਪਹਿਲਾਂ ਛੋਟੇ ਛੋਟੇ ਗੈਂਗਸਟਰ ਜਿਹੜੇ ਆ
ਕੋਠੀਆਂ ਤੇ ਕਬਜ਼ਾ ਕਰ ਲਿਆ, ਬੂਥਾਂ ਲਈ ਵਰਤਦੇ ਹੁੰਦੇ ਸੀ ਪੋਲੀਟੀਸ਼ੀਅਨ ਇਹਨਾਂ ਨੂੰ। ਤੇ ਉਸ ਤੋਂ ਬਾਅਦ ਜਿਹੜੇ ਜਦੋਂ ਗੈਂਗਸਟਰ ਆਏ ਪੋਲੀਟਿਕਸ ਦੇ ਵਿੱਚ, ਇਹਨਾਂ ਨੂੰ ਕਨੈਕਸ਼ਨ ਦੀ ਲੋੜ ਹੁੰਦੀ ਹੈ ਨਾ। ਫਿਰ ਜਿਹੜੇ ਪੋਲੀਟੀਸ਼ੀਅਨ ਦੇ ਨਾਲ ਜੇ ਕਨੈਕਸ਼ਨ ਹੈ ਤਾਂ ਨੈਚੁਰਲੀ ਆ ਇਹਨਾਂ ਦੇ ਪੁਲਿਸ ਦੇ ਨਾਲ ਵੀ ਕਨੈਕਸ਼ਨ ਹੈਗੀ ਜੀ। ਪੁਲਿਸ ਵਾਲੇ ਡਰਦੇ ਆ ਇਹਨਾਂ ਨੂੰ ਹੱਥ ਪਾਉਣ ਤੋਂ। ਪੈਸੇ ਤੁਸੀਂ ਪੁਲਿਸ ਨੂੰ ਕਿਤੇ 10 ਦਿਨ ਦੇ ਦਿਓ, ਚੱਕ ਦੇਣਗੇ ਸਾਰਿਆਂ ਨੂੰ, ਪਰ ਉਹ ਡਰਦੇ ਆ ਕਿ ਮੈਂ ਇਹਨਾਂ ਨੂੰ ਫੜਨ ਲੱਗਾ, ਮੈਨੂੰ ਪਹਿਲਾਂ SSP ਨੂੰ ਟ੍ਰਾਂਸਫਰ ਕਰਨਾ। ਹਾਂਜੀ। ਕਿਉਂਕਿ ਗੈਂਗਸਟਰ ਦੀ ਚੱਲਦੀ ਹੈ, ਉਹਨਾਂ ਦੇ ਨਾਲ ਪੋਲੀਟੀਸ਼ੀਅਨਸ ਬੈਠੇ। ਹੁਣ ਅੰਡਰਵਰਲਡ ਜਿਹੜਾ ਸਾਰਾ ਹੀ ਉਹ ਇੰਨਾ ਕਨੈਕਟਡ ਹੈ। ਹੁਣ ਦੂਜੀ ਗੱਲ, ਉਹਨਾਂ ਨੇ ਦੇਖਿਆ ਵੀ ਕਈ ਇਹਨਾਂ ਦੇ ਵਿੱਚੋਂ ਬੰਦੇ ਉਹ ਐਕਚੁਅਲੀ ਆਪ ਪੋਲੀਟੀਸ਼ੀਅਨ ਬਣ ਰਹੇ ਆ, ਜਿੱਦਾਂ ਰਾਜਾ ਭਈਆ ਆ ਉੱਥੇ UP ਦੇ ਵਿੱਚ। ਮੈਂ ਉਹਦੀ ਇੱਕ ਮਿਸਾਲ ਦੇ ਰਿਹਾ, ਬਾਕੀ ਬਹੁਤ ਹੋਣੇ ਆ ਉੱਥੇ। ਹਾਂਜੀ। 33% ਆ MPs ਜਿਨ੍ਹਾਂ ਦਾ ਕ੍ਰਿਮੀਨਲ ਰੈਕੋਰਡ ਹੈ। ਹਾਂਜੀ। ਤੇ ਇੱਕ ਤਾਂ ਬੰਦਾ ਹੈ ਨਹੀਂਗਾ ਬੈਠਾ। ਉਸ ਬੰਦੇ ਦੇ ਸਿਰ, ਰਾਜਾ ਭਈਆ ਦੇ ਸਿਰ, ਉਹਨੂੰ ਜੇਲ੍ਹ ਵੀ ਦੇ ਚੁੱਕੇ ਆ। ਉਹਦੇ ਸਿਰ 35-40 ਕੇਸ, ਕਤਲ ਦੇ ਕੇਸ ਚੱਲਦੇ ਆ, ਕੋਈ ਛੋਟਾ ਮੋਟਾ ਨਹੀਂ। ਉਹਨਾਂ ਤੋਂ ਡਰਦੇ ਫਿਰਦੇ ਆ। ਇਹ ਬੰਦੇ ਹੁੰਦੇ ਸੀ ਜਿਹੜੇ ਪਹਿਲਾਂ ਪੋਲੀਟੀਸ਼ੀਅਨਸ ਦੀ ਸਪੋਰਟ ਕਰਦੇ ਸੀ। ਹੁਣ ਉਹਨਾਂ ਨੇ ਸੋਚਿਆ ਹੋਣਾ ਕਿ ਅਸੀਂ ਸਪੋਰਟ ਸਾਨੂੰ ਕਰਨ ਦੀ ਲੋੜ ਆ, ਅਸੀਂ ਤਾਂ ਖੁਦ ਹੀ ਆਹ ਕੰਮ ਕਰ ਸਕਦੇ ਹਾਂ। ਹਾਂਜੀ। ਤੇ ਉਹ ਜਦੋਂ ਪੋਲੀਟੀਸ਼ੀਅਨ ਬਣ ਗਏ, ਫੇਰ ਤੁਸੀਂ ਕਿਹਨੂੰ ਹੱਥ ਲਾਓਗੇ? ਜਿਹੜੀ ਪੁਲਿਸ ਆ, ਸਟੇਟ ਪੁਲਿਸ ਆ, ਉਹ ਹੈਗੀ ਹੈ ਸਰਕਾਰ ਦੇ ਹੱਥ ਦੇ ਵਿੱਚ। ਇੰਡੀਪੈਂਡੈਂਟਲੀ ਇੱਕ ਵਾਰ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਕਿਹਾ ਸੀ ਕਿ ਇੱਕ ਆਫੀਸਰ ਨੂੰ ਤੁਸੀਂ ਕਮ ਸੇ ਕਮ 2 ਸਾਲ ਦਾ ਟੈਨਿਅਰ ਦਿਓ। ਜੇ ਤੁਸੀਂ ਜਲੰਧਰ ਦਾ ਕਮਿਸ਼ਨਰ ਲਾਉਣੇ ਆ ਤਾਂ ਉਹ 2 ਸਾਲ ਜਲੰਧਰ ਹੀ ਰਵੇ, ਤੇ ਲੁਧਿਆਣੇ ਦਾ ਲਾਉਣੇ ਲੁਧਿਆਣੇ ਰਵੇ। ਪਰ ਉਹਨਾਂ ਦੀ ਉਹ ਰਿਫਾਰਮ ਚੱਲੀ ਨਹੀਂ, ਕਿਉਂਕਿ ਪਿੱਛੇ ਤਾਂ ਬੈਠੀ ਸੀ ਸੋਨੀਆ ਗਾਂਧੀ, ਅਪਰੂਵ ਕਰੇ ਜਾਂ ਨਾ ਕਰੇ। ਪਰ ਇੱਕ ਜੇ ਤੁਸੀਂ ਆਫੀਸਰਸ ਨੂੰ ਇਹ ਹੀ ਡਰ ਰਹਿੰਦਾ ਹੈ। ਸਾਡੇ ਨਾਲ ਇੱਥੇ ਕ੍ਰਿਮੀਨੋਲੋਜੀ 'ਚ ਮੁੰਡਾ ਹੁੰਦਾ ਸੀ, ਮੁੰਡਾ ਤਾਂ ਨਹੀਂ ਹੁਣ ਤਾਂ ਚਲੋ IPS ਆਫੀਸਰ ਹੁੰਦਾ ਸੀ, ਬਿਹਾਰ ਕੇਡਰ ਦਾ। ਉਹਨੂੰ ਜਦੋਂ ਇੱਥੇ ਆਇਆ PhD ਕਰਦੇ ਹੁੰਦੇ ਸੀ, ਉਹਨੂੰ ਮੈਂ ਉਤਸ਼ਾਹਿਤ ਕਰਦਾ ਹੁੰਦਾ, ਮੈਂ ਕਿਹਾ ਚੱਲ ਜਾ ਵਾਪਸ, ਤੇਰੀ ਤਾਂ ਹੁਣ ਚੜ੍ਹਾਈ ਹੋ ਜਾਣੀ ਹੈ, PhD ਕਰਕੇ ਆਇਆ ਬਾਹਰੋਂ। ਹਾਂਜੀ। ਉਹਦੀ ਵਾਈਫ ਨਾਲ ਸੀ, ਤਾਂ ਉਹ ਕਹਿੰਦੀ ਮਿਹਨਤਾਂ ਕਰੇ, ਕਹਿੰਦੀ ਇੱਥੋਂ ਨਹੀਂ ਜਾਣਾ। ਮੈਂ ਕਿਹਾ ਇਹ IPS ਅਫਸਰ ਆ, ਉੱਥੋਂ SP ਰੈਂਕ ਤੋਂ ਆਇਆ, ਇਹ ਚੜ੍ਹ ਜਾਣਾ ਹੁਣ ਤਾਂ। ਉਹ ਕਹਿੰਦੀ ਕਿ ਇਹ ਮੇਰੇ ਭਾਂਡੇ ਨਹੀਂ ਮੈਂ ਖੋਲੇ, ਆਪਣੇ ਜਿਹੜੇ ਆਪਣੇ ਦਾਜ 'ਚ ਲੈ ਕੇ ਆਈ ਸੀ ਨਾ ਭਾਂਡੇ, ਉਹ ਅੱਜ ਤਾਈਂ ਮੈਂ ਖੋਲ ਕੇ ਨਹੀਂ ਦੇਖੇ, ਕਿਉਂਕਿ ਜਿੱਥੇ ਵੀ ਜਾਂਦਾ ਉੱਥੇ ਦੂਜੇ ਦਿਨ ਇਹਦੀ ਬਦਲੀ ਹੋ ਜਾਂਦੀ ਹੈ। ਕਹਿੰਦੀ ਇਹ ਹੈਗਾ ਇਮਾਨਦਾਰ ਬੰਦਾ। ਇਮਾਨਦਾਰ ਬੰਦੇ ਨੂੰ ਜਦੋਂ ਫੋਨ ਆਉਂਦਾ ਵੀ ਇਹਨੂੰ ਫੜ ਲੈ, ਇਹਨੂੰ ਛੱਡ ਦੇ, ਤਾਂ ਉਹ ਫੜਦਾ ਛੱਡਦਾ ਨਹੀਂ। ਹਾਂਜੀ। ਤਾਂ ਉਹ ਕਹਿੰਦੇ ਵੀ ਚੱਲ ਤੂੰ ਦੂਸਰੀ ਸਿਵਲ ਲਾਈਨ ਦੇ ਵਿੱਚ, ਉੱਥੋਂ ਕੋਈ ਪੋਸਟਿੰਗ ਮਿਲਦੀ, ਉੱਥੋਂ ਕੋਈ ਕੰਮ ਕਰਾਉਂਦੇ ਆ, ਤੇ ਉਹ ਨਹੀਂ ਕਰਦਾ, ਫਿਰ ਉੱਥੋਂ ਅਗਲੇ। ਅੱਛਾ, ਇਹ ਤੇ ਕੋਈ ਲਿਮਿਟ ਨਹੀਂ ਹੈ। ਜੇ ਦੇਸ਼ ਦਾ ਕੋਈ ਕਾਨੂੰਨ ਹੋਵੇ ਨਾ ਕਿ ਆਫਿਸਰ ਦੀ ਕੋਈ ਲਿਮਿਟ ਹੋਵੇ, ਜੇ ਤੁਸੀਂ ਕਿੰਨੀ ਵਾਰ ਟ੍ਰਾਂਸਫਰ ਕਰ ਸਕਦੇ ਹੋ, ਫਿਰ ਤਾਂ ਬੰਦਾ ਦੇਖ ਲੈਂਦਾ ਚੱਲ 10 ਵਾਰ ਕਰਤਾ, ਹੁਣ ਖਤਮ ਹੋ ਗਿਆ। ਹਾਂਜੀ। ਉਹਨਾਂ ਦੀ ਟ੍ਰਾਂਸਫਰ ਦੀ ਕੋਈ ਲਿਮਿਟ ਨਹੀਂ, ਤੇ ਇਹ ਸਭ ਤੋਂ ਵੱਡਾ ਫਾਹਾ ਉਹਨਾਂ ਦੇ ਗਲ ਦੇ ਵਿੱਚ, ਜੇ ਐਕਚੁਅਲੀ ਜੈਨੂਅਨਲੀ ਉਹ ਕਰਨਾ ਵੀ ਚਾਹੁੰਦੇ ਹੋਣ। ਜਿੱਦਾਂ ਕੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਬਾਰੇ ਕਹਿੰਦੇ ਹੁੰਦੇ ਸੀ, ਹਰਪ੍ਰੀਤ ਸਿੰਘ ਸਿੱਧੂ ਬਾਰੇ ਕਹਿੰਦੇ ਹੁੰਦੇ ਵੀ ਇਹ ਇਮਾਨਦਾਰ ਅਫਸਰ ਹੈ, ਇਹ ਐਕਚੁਅਲੀ ਕ੍ਰਿਮੀਨਲਸ ਨੂੰ ਫੜਨ ਲਈ ਤਿਆਰ ਹੈ। ਹੁਣ ਇਹ ਇਮਾਨਦਾਰ ਅਫਸਰ ਕੀ ਕਰਨਗੇ? ਲੁਧਿਆਣੇ ਦਾ SSP ਬਣਿਆ ਹੈ, ਉਹ ਕਮਿਸ਼ਨਰ ਬਣਿਆ ਹੈ, ਤਾਂ ਉਹਨਾਂ ਨੇ ਕ੍ਰਿਮੀਨਲ ਜਿਹੜੀ ਗੈਂਗਸ ਨੂੰ ਫੜ ਲਿਆ, ਤੇ ਉੱਤੋਂ ਚੀਫ ਮਿਨਿਸਟਰ ਦਾ ਇਹੀ ਫੋਨ ਆਊਗਾ ਕਿ ਇਹਨੂੰ ਛੱਡ ਦਿਓ ਹੁਣੇ, ਨਹੀਂ ਤਾਂ ਇੱਥੋਂ ਫਿਰ ਤੁਹਾਨੂੰ ਹੋਰ ਕਿਤੇ ਟ੍ਰਾਂਸਫਰ ਕਰ ਦਿਆਂਗੇ। ਚੰਡੀਗੜ੍ਹ ਆ ਕੇ ਇੱਕ ਦਫ਼ਤਰ 'ਚ ਬੈਠੇ ਰਹੋ, ਉੱਥੇ ਬਸ ਪਾਣੀ ਲਿਆਉਣ ਵਾਲਾ ਹੀ ਹੁੰਦਾ ਵਾ, ਕਿੱਥੇ ਤੁਸੀਂ ਕਮਿਸ਼ਨਰ ਆ। ਤੇ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਦਫ਼ਤਰ ਦਿੰਦੇ ਹੁੰਦੇ ਆ ਕਿ ਕਮਿਊਨੀਕੇਸ਼ਨ ਦਾ ਇੰਚਾਰਜ ਬਣਾਤਾ ਤੈਨੂੰ, ਜਾਂ ਤੈਨੂੰ ਕਿਸੇ ਕੋਈ ਨਾ ਕੋਈ ਹੋਰ ਜਵਾਨਾਂ ਦਾ ਬੀਮਾ ਸੰਭਾਲ ਲਈ, ਜਵਾਨਾਂ ਦਾ ਸੰਭਾਲ ਲਈ, ਉਹ ਇੱਕ ਦਫ਼ਤਰ ਦੇ ਦਿੰਦੇ, ਇੱਕ ਪੁਲਿਸ ਵਾਲਾ ਦੇ ਦਿੰਦੇ ਨਾਲ। ਇੱਕ ਕਮਿਸ਼ਨਰ ਰੈਂਕ ਦਾ ਬੰਦਾ, ਉਹ ਚੰਗਾ ਕੰਮ ਕਰਕੇ ਉੱਥੇ ਫਸ ਗਿਆ। ਸੋ ਪੁਲਿਸ ਵਾਲਿਆਂ ਦਾ ਤਾਂ, ਜੇ ਪੁਲਿਸ ਵਾਲੇ ਕਨੈਕਟਡ ਹੈ ਇਹਨਾਂ ਦੇ ਨਾਲ, ਉਹ ਵੀ ਰੀਜ਼ਨ ਹੈ। ਉਹਨਾਂ ਨੇ ਇਹ ਦੇਖ ਲਿਆ ਕਿ ਜੇ ਇੱਥੇ ਬਚਣਾ ਹੈ ਨਾ, ਪੁਲਿਸ ਦੇ ਵਿੱਚ ਤਰੱਕੀ ਕਰਨੀ ਹੈ, ਤੇ ਸਾਨੂੰ
ਇਹ ਪੋਲੀਟੀਸ਼ੀਅਨਸ ਦੇ ਨਾਲ ਜਿਹੜੇ ਗੈਂਗਸਟਰ ਰਲੇ ਇਹਨਾਂ ਦੀ ਸੁਣਨੀ ਪੈਣੀ, ਇਹਨਾਂ ਨੂੰ ਹੱਥ ਨਹੀਂ ਪਾ ਸਕਦੇ ਜੀ। ਇਹਦੀ ਸਭ ਤੋਂ ਵੱਡੀ ਮਿਸਾਲ ਹੈਗੀ ਆ ਦਿੱਲੀ ਦੇ ਵਿੱਚ। ਦਿੱਲੀ ਦੇ ਵਿੱਚ ਇੰਨੀਆਂ ਗੈਂਗਸ ਆਈਆਂ ਇਸ ਵੇਲੇ, ਤੁਸੀਂ ਵੈਸੇ ਤਾਂ ਸੈਂਟਰਲ ਗਵਰਨਮੈਂਟ ਵੀ ਨਾਲ ਚਾਹੀਦਾ ਕਿ ਉਹ ਇਹਨਾਂ ਨੂੰ ਕਹਿਣ ਕਿ ਦਿੱਲੀ ਦੇ ਵਿੱਚ ਜੋ ਕੁਝ ਹੋ ਰਿਹਾ ਇਹ ਰਾਜਧਾਨੀ ਆ, ਇੱਥੇ ਡਿਪਲੋਮੈਟਸ ਬੈਠੇ ਆ, ਦੁਨੀਆ ਆਉਂਦੀ ਆ ਉੱਥੇ। ਹੁਣ ਜੇ ਬੰਬੇ ਤਾਂ ਸਾਨੂੰ ਪਤਾ ਨਹੀਂ ਲੱਗਦਾ, ਬੰਬੇ ਦੇ ਵਿੱਚ ਤੁਸੀਂ ਕਦੇ ਸੋਚਿਆ ਕਿ ਜਿਹੜੇ ਸਾਡੇ ਪੋਲੀਟੀਸ਼ੀਅਨ, ਜਿਹੜੇ ਸਾਡੇ ਐਕਟਰ ਆ, ਜਿਹੜਾ ਧਰਮਿੰਦਰ ਬੀਜੇਪੀ ਦੇ ਵਿੱਚ ਗਿਆ ਹੈ, ਧਰਮਿੰਦਰ ਨੇ ਕਦੇ ਅਖਬਾਰ ਨਹੀਂ ਪੜ੍ਹੀ ਹੋਣੀ, ਨਾ ਅਮਿਤਾਭ ਬੱਚਨ ਗਿਆ ਸਮਾਜਵਾਦੀ ਪਾਰਟੀ ਦੇ ਵਿੱਚ। ਉਹਨਾਂ ਦੇ ਕੋਲ ਗੈਂਗਸ ਆ, ਉਹਨਾਂ ਦੇ ਜੇ ਤੁਸੀਂ ਗੈਂਗਸ ਜੇ ਦੂਸਰੇ ਗੈਂਗਸਟਰਸ ਕੋਲੋਂ ਬਚਣਾ ਆ, ਇਹਨਾਂ ਨੂੰ ਪੋਲੀਟੀਸ਼ੀਅਨਸ ਦੇ ਜਾਂ ਪੋਲੀਟਿਕਸ 'ਚ ਖੁਦ ਜਾਣਾ ਪੈਂਦਾ ਜਾਂ ਉਹਨਾਂ ਦੇ ਨਾਲ ਰਲਣਾ ਪੈਂਦਾ। ਸੋ ਇਹਨਾਂ ਨੇ ਸੋਚਿਆ ਹੋਣਾ ਕਿ ਅਸੀਂ ਉਹਨਾਂ ਦੇ ਵਿੱਚ ਖੁਦ ਹੀ ਚਲ ਜਾਈਏ। ਅਮਿਤਾਭ ਬੱਚਨ ਇੱਕ ਜ਼ਮਾਨੇ ਦੇ ਵਿੱਚ, ਇੱਕ ਤਾਂ ਉਹਨਾਂ ਦੇ ਬੈਂਕਰਪਸੀ ਹੋ ਰਹੀ ਸੀ, ਉਸ ਵੇਲੇ ਉਹ ਸਮਾਜਵਾਦੀ ਪਾਰਟੀ ਦੇ ਨਾਲ ਖੜੇ ਰਹੇ ਉੱਥੇ, ਤੇ ਦੋ ਗੱਲਾਂ ਹੋਈਆਂ, ਇੱਕ ਤਾਂ ਪੈਸੇ ਵੀ ਮਿਲ ਗਏ ਤੇ ਦੂਸਰਾ ਉਹਨਾਂ ਨੂੰ ਸਿਕਿਉਰਿਟੀ ਮਿਲ ਗਈ। ਤੇ ਹੁਣ ਵੀ ਜया ਜਿਹੜੀ ਬੱਚਨ ਆ ਉਹ ਮੈਂਬਰ ਪਾਰਲੀਮੈਂਟ ਰਹੀ ਹੈ ਸਮਾਜਵਾਦੀ ਪਾਰਟੀ ਦੀ। ਹਾਂਜੀ, ਇਹਨਾਂ ਨੇ ਕਨੈਕਸ਼ਨ ਕਰਕੇ ਗੈਂਗਸਟਰ ਤੋਂ ਬਚਣ। ਇਹ ਨਹੀਂ ਹੈ ਕਿ ਇਹਨਾਂ ਨੂੰ ਬਹੁਤ ਸ਼ੌਕ ਆ। ਮੈਂ ਤੁਹਾਨੂੰ ਦੱਸ ਦਿੰਦਾ, ਕਿਹੜਾ ਸਨੀ ਦਿਓਲ ਆ, ਉਹ ਤਾਂ ਮੁੰਡੇ ਦਾ, ਹਾਂਜੀ, ਉਹਨੂੰ ਕਿਸੇ ਨੇ ਸਵਾਲ ਪੁੱਛ ਲਿਆ, ਉਹਨੂੰ ਪਤਾ ਹੀ ਨਹੀਂ ਸੀ ਕੁਝ। ਜਿਸ ਬੰਦੇ ਨੇ ਅਖਬਾਰ ਹੀ ਨਾ ਪੜ੍ਹੀ ਹੋਵੇ ਕਦੇ ਜ਼ਿੰਦਗੀ ਦੇ ਵਿੱਚ, ਉਹਨੂੰ ਕੀ ਪਤਾ ਵੀ ਇਸ਼ੂਜ਼ ਕਿਹੜੀਆਂ। ਉਹਨੂੰ ਤਾਂ ਕਹਿਤਾ ਹੋਣਾ ਵੀ ਤੂੰ ਜਾ ਕੇ ਗੁਰਦਾਸਪੁਰ ਤੋਂ ਚੋਣ ਲੜ ਲਾ, ਪਤਾ ਨਹੀਂ ਉਹਨੂੰ ਵੀ ਗੁਰਦਾਸਪੁਰ ਹੈ ਕਿੱਥੇ। ਉੱਥੇ ਜਿੱਤ ਗਿਆ ਉਹ, ਕੋਈ ਗੱਲ ਨਹੀਂ। ਕਨੈਕਸ਼ਨ ਇਹਨਾਂ ਦਾ ਪਾਰਟੀ ਦੇ ਨਾਲ ਇਸ ਕਰਕੇ ਆ ਕਿ ਉਹਦੇ ਤੋਂ ਗੈਂਗਸਟਰਸ ਤੋਂ ਬਚਣ ਲਈ ਸਿਆਸਤ ਦੇ ਵਿੱਚ ਆਏ। ਹਾਂਜੀ, ਤੇ ਇਸੇ ਤਰ੍ਹਾਂ ਤੁਸੀਂ ਦਿੱਲੀ ਦੇ ਵਿੱਚ ਆ ਕੇ ਹੁਣ ਦੇਖ ਲਓ, ਬਹੁਤ ਬੰਦੇ ਆ ਜਿਹੜੇ ਇਹਨਾਂ ਦੇ MLAs ਬਣਦੇ ਆ, ਕਈ ਤਾਂ ਖੁਦ ਹੀ ਗੈਂਗਸਟਰਸ ਆ, ਬਹੁਤਿਆਂ ਦੇ ਕਨੈਕਸ਼ਨਸ ਆ। ਜੇ ਇੰਟੈਲੀਜੈਂਸ ਬਿਊਰੋ ਨੇ ਤਾਂ ਵੈਸੇ ਥੋਰੋ ਰਿਵਿਊ ਕੀਤਾ ਸੀ, ਉਹਨਾਂ ਨੇ ਕਿਹਾ ਸੀ ਵੀ ਜੇ ਅਸੀਂ ਟੈਕਲ ਕਰਨਾ ਇਹਨਾਂ ਨੂੰ ਪੂਰੀ ਤਰ੍ਹਾਂ, ਫਿਰ ਸਾਨੂੰ ਇਹ ਕਨੈਕਸ਼ਨ ਤੋੜਨਾ ਪੈਣਾ ਜਿਹੜਾ ਪੋਲੀਟੀਸ਼ੀਅਨ ਦਾ ਇੱਕ ਗੈਂਗਸਟਰ ਦੇ ਨਾਲ ਬਣਿਆ ਹੈ। ਹੁਣ ਲੋਕਾਂ ਦੇ ਵਿੱਚ ਵੀ ਇਹ ਰੁਝਾਨ ਬਣਿਆ ਹੈ ਕਿ ਇੱਕ ਤਾਂ ਡਰਦੇ ਆ ਵੈਸੇ, ਤਾਂ ਦੂਸਰਾ ਜਿਹੜੇ ਗੈਂਗਸਟਰਸ ਆ, ਮਿਸਾਲ ਦਿੰਦਾ ਮੈਂ ਦੂਜੇ ਦੀ, ਰਾਜਾ ਭਈਆ ਦੀ ਮਿਸਾਲ ਦਿੰਦੇ ਆ, ਪ੍ਰਤਾਪਗੜ੍ਹ ਤੋਂ ਆਏ ਯੂਪੀ ਦੇ ਵਿੱਚ MLA। ਜਿਹੜੇ ਬੰਦੇ ਇਹਨਾਂ ਦੀ ਸਪੋਰਟ ਕਰਦੇ ਆ ਨਾ, ਉੱਥੇ ਇੱਕ ਚੌਥਾ ਦਰਜਾ EMPLOYE ਸੀ, ਪਰ ਯੂਨੀਅਨ ਦਾ ਲੀਡਰ ਸੀ ਬੰਦਾ। ਉਹਨੇ ਗੱਲ ਸੁਣਾਈ, ਉਹ ਕਹਿੰਦਾ ਕਿ ਮੇਰਾ ਬੱਚਾ ਉਹਦੇ ਅਪੈਂਡਿਕਸ ਦਾ ਹੋਇਆ ਨਾ, ਉਦੋਂ ਤਾਂ ਪਤਾ ਨਹੀਂ ਸੀ, ਕਹਿੰਦਾ ਉਹ ਚਾਂਗਰਾ ਮਾਰੇ। ਕਹਿੰਦਾ ਸਰਕਾਰੀ ਹਸਪਤਾਲ 'ਚ ਨਾ ਚੌਥਾ ਦਰਜਾ ਦਾ EMPLOYE ਹੈ, ਸਰਕਾਰੀ ਹਸਪਤਾਲ ਗਏ ਤਾਂ ਉੱਥੇ ਪੁੱਛਦਾ ਕੋਈ। ਸਰਕਾਰੀ ਹਸਪਤਾਲ ਤਾਂ ਇੱਦਾਂ ਹੁੰਦਾ ਜਿੱਦਾਂ ਅਨੰਦਪੁਰ ਦਾ ਮੇਲਾ ਹੈ, ਕੋਈ ਇੱਧਰ ਨੂੰ ਜਾਂਦਾ, ਕੋਈ ਉੱਧਰ ਨੂੰ ਜਾਂਦਾ, ਤੇ ਡਾਕਟਰ ਨੂੰ ਹੱਥ ਲਾਓ ਤਾਂ ਮਤਲਬ ਡਾਕਟਰ ਦੇ ਨਾਲ 7-8 ਬੰਦੇ ਤੁਰੇ ਫਿਰਦੇ ਹੁੰਦੇ। ਉਹ ਕਹਿੰਦਾ ਮੈਨੂੰ ਯਾਦ ਆ ਗਿਆ, ਰਾਜਾ ਭਈਆ ਇੱਕ ਵਾਰੀ ਆਏ ਸੀ, ਉਹਨਾਂ ਨੇ ਮੈਨੂੰ ਫੋਨ ਆਪਣਾ ਕਾਰਡ ਦਿੱਤਾ ਸੀ, ਕਿਉਂਕਿ ਯੂਨੀਅਨ ਦਾ ਲੀਡਰ ਸੀ। ਹਾਂਜੀ, ਉਹਨੇ ਉਹਨੂੰ ਫੋਨ ਕੀਤਾ ਕਿ ਮੈਨੂੰ ਇੱਥੇ ਮੇਰਾ ਬੱਚਾ ਆਇਆ ਹੈ, ਪੁੱਛਦਾ ਹੀ ਕੋਈ ਨਹੀਂ। ਉਸ ਬੰਦੇ ਨੇ ਪਤਾ ਨਹੀਂ, ਉਹ ਕਹਿੰਦਾ ਫੋਨ ਰੱਖ ਤੇ ਇੰਤਜ਼ਾਮ ਹੋ ਜਾਊ। ਕਹਿੰਦਾ ਉਸ ਤੋਂ ਕੋਈ 3 ਮਿੰਟ ਬਾਅਦ ਹੀ ਕਹਿੰਦਾ ਕੋਈ 10 ਡਾਕਟਰ ਹੋਣੇ ਆ ਤਾਂ 20 ਨਰਸਾਂ ਹੋਣੀਆਂ, ਇਕੱਠੀਆਂ ਹੋ ਕੇ ਆ ਗਈਆਂ, ਮੁੰਡਾ ਹੈ ਕਿੱਥੇ। ਕਹਿੰਦਾ ਉਹ ਅੰਦਰ ਲਗਾਇਆ, ਉਹਦਾ ਆਪਰੇਸ਼ਨ ਕੀਤਾ ਉਹਨਾਂ ਨੇ, ਦੂਜਾ ਅਪੈਂਡਿਕਸ ਨਿਕਲਿਆ ਉਹਦਾ। ਇਹ ਗੈਂਗਸਟਰ ਜਿਹੜੇ ਆ ਉਹ ਇਸ ਤਰ੍ਹਾਂ ਦੇ ਕੰਮ ਕਰਾਉਂਦੇ। ਉਹ ਬੰਦੇ ਜਿਹਨਾਂ ਨੂੰ ਸਟੋਰੀ ਸੁਣਾਉਂਦਾ ਆ ਉਹ ਭੁੱਲਦੇ ਨਹੀਂ, ਕਹਿੰਦੇ ਵਾਕਿਆ ਹੀ ਬੰਦਾ ਪਿੱਛੇ ਖੜਾ ਸੀ ਸਾਡੇ। ਹੁਣ ਉਹਨਾਂ ਨੂੰ ਜਿਹੜੀ ਮਸਲ ਪਾਵਰ ਉਹ ਯੂਜ਼ ਕਰਦੇ ਆ ਇਲੈਕਸ਼ਨ ਲਈ, ਉਹ ਇਸ ਗੱਲ ਲਈ ਵੀ ਕਰਦੇ ਆ, ਕੰਮ ਕਰਾਉਣ ਲਈ ਲੋਕਾਂ ਦੇ ਕਰਦੇ ਆ। ਤਾਂ ਲੋਕਾਂ ਨੂੰ ਤਾਂ ਕੰਮ ਕਰਨੇ ਚਾਹੀਦੇ ਆ ਉਹਨਾਂ ਨੂੰ, ਕਿਉਂਕਿ ਆਮ ਸਧਾਰਨ ਬੰਦੇ ਨੂੰ ਤਾਂ ਲੁੱਟ ਨਹੀਂ ਸਕਦੇ। ਹਾਂਜੀ, ਸਧਾਰਨ ਬੰਦੇ ਨੂੰ ਤਾਂ ਲੁੱਟੀ ਜਾਂਦੇ ਉਦਾਂ ਹੀ। ਵੈਸੇ ਉਹ ਜਿੱਥੇ ਕੰਮ ਕਰਦਾ ਆ ਸਰਕਾਰਾਂ ਲੁੱਟੀ ਜਾਂਦੀਆਂ। ਸਧਾਰਨ ਬੰਦੇ ਦਾ ਕਿਤੇ ਕੰਮ ਕਰਾਉਣ ਲਈ ਉਹ ਇਕੱਠੇ ਹੋ ਕੇ ਇਹ ਕਹਿਣ ਕਿ ਆਹ ਬੰਦੇ ਦਾ ਕੰਮ ਕਰੋ, ਇਸ ਬੰਦੇ ਨੂੰ ਕੋਈ ਡਾਕਟਰੀ ਸਹਾਇਤਾ ਦਿਓ, ਇਸ ਬੰਦੇ ਦਾ
ਕੋਈ ਜੇ ਵੀ ਜਿਹੜਾ ਵੀ ਕੰਮ ਅੜਿਆ ਆ ਉਹਦੇ ਬੱਚੇ ਨੂੰ ਐਡਮਿਸ਼ਨ ਦੇ ਦਿਓ, ਆਹ ਕਰ ਦਿਓ। ਹੁੰਦਾ ਗੈਂਗਸਟਰਸ ਕਰਾਉਂਦੇ ਆ ਇਦਾਂ, ਪਰ ਗੈਂਗਸਟਰਸ ਹੁਣ ਬਣੇ ਬਹੁਤ ਆ ਉੱਥੇ। ਹਾਂਜੀ, ਕਿਉਂਕਿ ਦਿੱਲੀ ਬਹੁਤ ਅਮੀਰ ਇੱਕ ਸਟੇਟ ਆ ਜੀ, ਇੱਥੇ ਬਹੁਤ ਵੱਡੇ ਵੱਡੇ ਬਿਜ਼ਨਸਮੈਨ। ਹਾਂਜੀ, ਤੇ ਇਹਨਾਂ ਦੇ ਕੋਲੋਂ ਕਈ ਤਾਂ ਪੁਲਿਸ ਤੇ ਡਰਦੇ ਮਾਰੇ ਰਿਪੋਰਟ ਨਹੀਂ ਕਰਦੇ। ਪੁਲਿਸ ਇੱਕ ਟਾਈਮਜ਼ ਆਫ ਇੰਡੀਆ ਨੇ ਸੀਰੀਜ਼ ਕੀਤੀ ਸੀ, ਤਾਂ ਉਹਦੇ ਵਿੱਚ ਉਹ ਇੰਟਰਵਿਊ ਕਰਦਾ ਕਿਸੇ ACP ਨੂੰ। ਉਹ ਕਹਿੰਦਾ ਬਈ ਬਹੁਤੇ ਬੰਦੇ ਤਾਂ ਸਾਨੂੰ ਖਬਰ ਹੀ ਨਹੀਂ ਦਿੰਦੇ, ਰਿਪੋਰਟ ਹੀ ਨਹੀਂ ਕਰਦੇ। ਫਰੋਤੀਆਂ ਬਹੁਤ ਹੁੰਦੀਆਂ, ਪਰ ਉਹ ਦੱਸਦੇ ਨਹੀਂ, ਡਰਦੇ ਨਹੀਂ ਦੱਸਦੇ ਵੀ ਕੱਲ ਨੂੰ ਅੱਜ ਤਾਂ ਬੱਚਾ ਸਾਡਾ ਚੱਕ ਲਗਾਏ ਆ, ਕੱਲ ਨੂੰ ਹੋ ਸਕਦਾ ਚੱਕ ਕੇ ਮਾਰ ਹੀ ਦੇਣ। ਆਮ ਬੰਦੇ ਦੇ ਕੋਲ ਤਾਂ 36 ਗਾਰਡ ਹੈ ਨਹੀਂ ਨਾ। ਹਾਂਜੀ, ਹੁਣ ਜਿਹੜੀ ਸਿੱਧੂ ਮੂਸੇਵਾਲਾ ਦੀ ਗੱਲ ਕਰਦੇ ਹੁੰਦੇ ਸੀ, ਉਹਦਾ ਇੱਕ ਰੀਜ਼ਨ ਆਉਣ ਦਾ ਪੋਲਿਟਿਕਸ 'ਚ ਇਹ ਸੀ ਕਿ ਉਹਨੂੰ ਲੱਗਦਾ ਸੀ ਸਿਕਿਉਰਿਟੀ ਜੇ ਮਿਲਣੀ ਹੈ ਤੇ ਇਸ ਤਰੀਕੇ ਨਾਲ ਮਿਲਣੀ ਹੈ। ਹਾਂਜੀ, ਆਪ ਜਾ ਕੇ ਪੋਲਿਟਿਕਸ ਦੇ ਵਿੱਚ ਤੇ ਸਿਕਿਉਰਿਟੀ ਮਿਲਣੀ ਹੈ, ਨਹੀਂ ਤਾਂ ਪੋਲੀਟੀਸ਼ੀਅਨ ਦੀਆਂ ਮਿਹਨਤਾਂ ਕਰੀ ਜਾਊਂਗਾ ਮੈਂ। ਹਾਂਜੀ, ਪਰ ਉਹਨਾਂ ਨੇ ਉਹ ਵੀ ਵਿਦਡਰਾ ਕਰ ਲਈ। ਉਹ ਦੈਟਸ ਸੈਪਰੇਟ ਇਸ਼ੂ। ਜੀ, ਹੁਣ ਕੇਜਰੀਵਾਲ ਨੂੰ ਪਹਿਲਾਂ ਜਾ ਕੇ ਤਾਂ ਦਿੱਲੀ ਦੇਖਣੀ ਚਾਹੀਦੀ, ਆਪਣੇ ਪੀੜੇ ਦੇ ਥੱਲੇ ਸੋਟਾ ਫੇਰਨਾ ਚਾਹੀਦਾ। ਜੀ ਬਿਲਕੁਲ, ਉਹਨਾਂ ਨੂੰ ਸੈਲਫ ਐਨਾਲਿਸਿਸ ਕਰਨਾ ਚਾਹੀਦਾ। ਜਦੋਂ ਵੀ ਉੱਠਦੇ ਆ ਅਰਵਿੰਦ ਕੇਜਰੀਵਾਲ ਨੂੰ ਤਾਂ ਖਾਸ ਤੌਰ ਤੇ ਪਹਿਲੀ ਵਾਰ ਹੋਇਆ, ਮੈਨੂੰ ਕੋਈ ਬੜਾ ਦਰਦ ਹੁੰਦਾ, 1937 ਦੇ ਵਿੱਚ ਪਹਿਲੀ ਵਾਰ ਸਰ ਸਿਕੰਦਰ ਹਯਾਤ ਖਾਨ ਸਾਡੇ ਚੀਫ ਮਿਨਿਸਟਰ ਬਣੇ ਆ। ਇੱਕ ਬੰਬ ਚੀਫ ਮਿਨਿਸਟਰ। ਮੇਰਾ ਖਿਆਲ ਹੈ ਜੇ ਉਹ ਵਿਚਾਰੇ 50 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ, ਜੇ ਉਹ ਉਸ 1947 ਚ ਵੀ ਜਿਉਂਦਾ ਹੁੰਦੇ ਤਾਂ ਪੰਜਾਬ ਦਾ ਕਦੇ ਬਟਵਾਰਾ ਨਹੀਂ ਸੀ ਹੋਣਾ, ਨਾ ਉਹਨਾਂ ਨੇ ਹੋਣ ਦੇਣਾ ਸੀ। ਪਰ ਆ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਕੋਲ ਆਪਣਾ ਚੀਫ ਮਿਨਿਸਟਰ ਹੈ ਨਹੀਂ। ਜੀ, ਵੈਸੇ ਵੀ ਮੁਗਲਾਂ ਦੇ ਵੇਲੇ ਵੀ, ਪਹਿਲਾਂ ਅਹਿਮਦ ਸ਼ਾਹ ਅਬਦਾਲੀ ਵੇਲੇ ਵੀ ਪੰਜਾਬ ਦੇ ਵਿੱਚ ਉਹ ਗਵਰਨਰ ਲਾ ਕੇ ਜਾਂਦੇ ਹੁੰਦੇ ਸੀ। ਹੁੰਦਾ ਤਾਂ ਉਹਨਾਂ ਦਾ ਬੰਦਾ ਸੀ, ਪਰ ਉਹ ਕਮ ਸੇ ਕਮ ਗਵਰਨਰ ਲੱਗਾ ਹੁੰਦਾ ਸੀ, ਲਾਹੌਰ ਬੈਠਾ ਹੁੰਦਾ ਸੀ। ਹੁਣ ਤਾਂ ਸਭ ਕੁਝ ਅਰਵਿੰਦ ਕੇਜਰੀਵਾਲ ਕਰ ਰਿਹਾ, ਔਰ ਹਰ ਵਾਰ ਜਦੋਂ ਮੂੰਹ ਖੋਲਦਾ ਉਹ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਖੋਲਦਾ। ਹਾਂਜੀ, ਇੰਨੀ ਕੋਈ ਪੰਜਾਬ ਦਾ ਪੋਲੀਟੀਸ਼ੀਅਨ ਕੋਈ ਉੱਠ ਕੇ ਕਹਿ ਦੇਵੇ ਕਿ ਮੂੰਹ ਬੰਦ ਰੱਖੋ, ਆਪਣੀ ਦਿੱਲੀ ਵੱਲ ਜੋ ਕੁਝ ਹੁੰਦਾ ਉੱਥੇ ਸੰਭਾਲ ਲਓ। ਜੀ ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ ਕਿ ਉਹਨਾਂ ਨੂੰ ਪਹਿਲਾਂ ਦਿੱਲੀ ਵੱਲ ਧਿਆਨ ਦੇਣਾ ਚਾਹੀਦਾ। ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ KRPA 1110 AM। ਡਾਕਟਰ ਸਾਹਿਬ, ਰੁਖ ਕਰਦੇ ਹਾਂ ਜੀ ਖਬਰਾਂ ਵੱਲ। ਸਕੋਸ਼ੀਆ ਬੈਂਕ ਦੀ ਰਿਪੋਰਟ ਦੇ ਅਨੁਸਾਰ ਸਰਕਾਰੀ ਖਰਚਿਆਂ ਵਿੱਚ ਜਿਹੜੀ ਕਟੌਤੀ ਆ, ਜਿਵੇਂ ਪਲੈਨਡ ਗਵਰਨਮੈਂਟ ਸਪੈਂਡਿੰਗ ਹੈਗੀ ਆ, ਇਹ ਵੱਧ ਰਹੀ ਮਹਿੰਗਾਈ ਨੂੰ ਕਾਬੂ ਕਰਨ ਤੇ ਬੈਂਕ ਆਫ ਕੈਨੇਡਾ ਤੇ ਵਿਆਜ ਦਰਾਂ ਜਿਹੜੀਆਂ ਹੈਗੀਆਂ ਨੇ ਵਧਾਉਣ ਦੇ ਲਈ ਜਿਹੜਾ ਦਬਾਅ ਉਹਨੂੰ ਘੱਟ ਕਰਨ ਦੇ ਵਿੱਚ ਮਦਦ ਕਰ ਸਕਦੀ ਆ। ਉਹਨਾਂ ਦਾ ਕਹਿਣਾ ਕਿ ਜਿਹੜੀ ਫੈਡਰਲ ਸਰਕਾਰ ਆ ਮਹਿੰਗਾਈ ਨੂੰ ਘੱਟ ਕਰਨ ਦੇ ਲਈ ਇਹ ਕੁਝ ਨਹੀਂ ਕਰ ਰਹੀ ਹੈਗੀ ਸਿਵਾਏ ਗੱਲਾਂ ਬਾਤਾਂ ਤੋਂ। ਅਮਲੀ ਰੂਪ ਦੇ ਵਿੱਚ ਇਹੋ ਜਿਹਾ ਕੋਈ ਸਟੈਪ ਨਹੀਂ ਲਿਆ ਜਾ ਰਿਹਾ ਜਿਹਦੇ ਨਾਲ ਇਨਫਲੇਸ਼ਨ ਘੱਟ ਹੋ ਸਕੇ। ਇਸ ਰਿਪੋਰਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲਾਂ ਬਾਤਾਂ ਦੀ ਤਾਂ ਕੱਲ ਕਸਰ ਨਹੀਂ ਛੱਡੀ। ਜਦੋਂ ਸਕੋਸ਼ੀਆ ਬੈਂਕ ਨੇ, ਇਹ ਵੱਡੀ ਕਾਰਪੋਰੇਸ਼ਨ ਹੈ, ਜਦੋਂ ਉਹਨਾਂ ਦੇ ਇਕੋਨੋਮਿਸਟ ਕੁਝ ਕਹਿੰਦੇ ਆ ਤਾਂ ਸਰਕਾਰ ਸੁਣਦੀ ਆ। ਉਹਨਾਂ ਦਾ ਬਿਆਨ ਆਇਆ ਉਸੇ ਵੇਲੇ ਕ੍ਰਿਸਿਆ ਫਰੀਲੈਂਡ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ, ਹਾਂਜੀ, ਉਹਨਾਂ ਨੇ ਉਸੇ ਵੇਲੇ ਕਹਿਤਾ ਨਹੀਂ ਅਸੀਂ ਤਾਂ ਸਭ ਕੁਝ ਕਰਦੇ ਹਾਂ। ਅਗੇਨ ਗੱਲ ਹੀ ਕਰਤੀ, ਉਹ ਕਰਤੀ ਫਟਾਫਟ ਹੀ ਵੀ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ। ਹੁਣ ਇੱਕ ਗੱਲ ਦੇਖੋ, ਸਾਰੇ ਚਾਹੇ ਲੈਫਟ ਵਿੰਗ ਆ, ਰਾਈਟ ਵਿੰਗ ਆ, ਜਿਹੜੀਆਂ ਸੈਂਟਰ ਵਾਲੀਆਂ ਪਾਰਟੀਆਂ, ਹੁਣ ਇੱਕ ਮੌਕਾ ਆਇਆ ਇਹਨਾਂ ਦੇ ਹੱਥ 'ਚ ਕਿ ਜੇ ਅਸੀਂ ਸਪੈਂਡਿੰਗ ਕਰਦੇ ਹਾਂ, ਜੇ ਲੋਕਾਂ ਨੂੰ ਪੈਸੇ ਦਿੰਦੇ ਹਾਂ ਤੇ ਕੋਈ ਸੇਵਾਵਾਂ ਦਿੰਦੇ ਹਾਂ, ਤੇ ਫਿਰ ਉਹ ਸਾਨੂੰ ਵੋਟ ਪਾ ਦੇਣਗੇ। ਇਸ਼ੂ ਹੈਗੀ ਆ ਵੋਟ ਲੈਣੀ। ਹਾਂਜੀ, ਤੇ ਇਹਦੇ ਲਈ ਬਹਾਨਾ ਲੱਭਦੇ। ਤੇ ਸਭ ਤੋਂ ਤਕੜਾ ਬਹਾਨਾ ਕੀ ਸੀ? ਪੈਂਡੈਮਿਕ ਆ ਗਿਆ। ਹੁਣ ਪੈਂਡੈਮਿਕ ਦੇ ਵਿੱਚ ਸਾਰਾ ਕੁਝ ਬੰਦ ਹੋਣਾ ਸ਼ੁਰੂ ਹੋ ਗਿਆ ਤੇ ਜਸਟਿਨ ਟਰੂਡੋ ਉਹਨਾਂ ਨੇ ਸੋਚਿਆ ਕਿ ਹੁਣ ਮੌਕਾ ਮਿਲਿਆ। ਜੇ ਉਹਨਾਂ ਨੂੰ 100 ਖਰਚਣਾ ਚਾਹੀਦਾ, ਉਹਨਾਂ ਨੇ 200 ਖਰਚਿਆ। ਕੋਸ਼ਿਸ਼ ਸੀ ਕਿ ਇਸ ਤੋਂ ਬਾਅਦ ਜਿਹੜੀਆਂ ਇਲੈਕਸ਼ਨ ਹੋਣਗੀਆਂ ਅਸੀਂ ਜਿੱਤ ਜਾਵਾਂਗੇ। ਜਿੱਤੇ ਫੇਰ ਨਹੀਂ। ਹਾਂਜੀ, ਬਸ ਲੋਕਾਂ ਨੇ ਇੰਨਾ ਕੁਝ ਮਿਲਦੇ ਹੋਏ ਵੀ ਫੇਰ ਵੀ ਨਾ ਕਰਤੀ ਉਹਨਾਂ ਨੂੰ। ਹੁਣ ਇੱਕ ਪਾਸੇ ਤਾਂ ਉਹਨਾਂ ਦੇ ਸਿਰ ਡੈਫਿਸਿਟ ਜ਼ਿਆਦਾ ਹੋਇਆ, ਘੱਟ, ਕਿਉਂਕਿ ਬੋਰੋ ਬਹੁਤ ਜ਼ਿਆਦਾ ਕੀਤਾ, ਬਿਲੀਅਨਸ ਆਫ ਡਾਲਰਸ। ਤੇ ਦੂਜੇ ਪਾਸੇ ਨਾਲ ਉਹ ਫਾਇਦਾ ਵੀ ਹੁੰਦਾ ਇਨਫਲੇਸ਼ਨ ਦਾ ਨਾ ਸਰਕਾਰ ਨੂੰ।
ਤੁਸੀਂ ਦੇਖੋ ਜਿਹੜੇ ਗੈਸ ਸਟੇਸ਼ਨ ਤੇ ਜਾ ਕੇ ਦੇਖੋ ਪ੍ਰਾਈਸ ਜੇ ਵੱਧਦੀ ਆ ਉੱਥੇ ਜਿਹੜਾ GST ਲਾਉਂਦੇ ਜਾਂ ਟੈਕਸਸ ਲਾਉਂਦੇ ਆ ਇਹਨਾਂ ਨੂੰ ਤਾਂ ਫਾਇਦਾ ਹੁੰਦਾ ਨਾ ਸਰਕਾਰਾਂ ਨੂੰ, ਚਾਹੇ ਸੂਬੇ ਦੀ ਸਰਕਾਰ ਹੋਵੇ ਚਾਹੇ ਟਰਾਂਸਲਿੰਕ ਹੋਵੇ ਫੈਡਰਲ ਸਰਕਾਰ ਹੋਵੇ, ਇਹਨਾਂ ਨੂੰ ਤਾਂ ਪੈਸੇ ਆਉਂਦੇ ਆ, ਜ਼ਿਆਦਾ ਆਉਂਦੇ ਆ। ਹਾਂਜੀ, ਜਿਹੜੇ ਸਫਰ ਕਰਦੇ ਆ ਉਹ ਤਾਂ ਉਹ ਕਰਦੇ ਜਿਹੜੇ ਜਾ ਕੇ ਗੈਸ ਖਰੀਦਦੇ ਆ। ਜਿਹੜੀ ਚੀਜ਼ ਤੇ ਵੀ ਇਨਫਲੇਸ਼ਨ ਹੁੰਦਾ ਉਹ ਤੇ ਟੈਕਸ ਵੀ ਜ਼ਿਆਦਾ ਮਿਲਦਾ ਇਹਨਾਂ ਨੂੰ, ਇਸ ਕਰਕੇ ਇਹਨਾਂ ਦੇ ਕੋਲ ਪੈਸੇ ਖਰਚਣ ਨੂੰ ਵੀ ਜ਼ਿਆਦਾ ਹੈ। ਹੁਣ ਜਦੋਂ ਜ਼ਿਆਦਾ ਪੈਸੇ ਖਰਚਣ ਨੂੰ ਆ ਤੁਸੀਂ ਦਿੰਦੇ ਆ ਸਮਾਲ ਬਿਜ਼ਨਸ ਵਾਲਿਆਂ ਨੂੰ ਦੇਤੇ, ਉਹਨੂੰ ਦੇਤੇ, ਹਰ ਇੱਕ ਪਾਸੇ ਤੁਸੀਂ ਪੈਸਾ ਲਾਉਣ ਦੀ ਕੋਸ਼ਿਸ਼ ਕਰਦੇ ਆ, ਉਹਦੀ ਸਰਕੂਲੇਸ਼ਨ ਜ਼ਿਆਦਾ ਹੋ ਜਾਂਦੀ ਹੈ ਇਕਨੋਮੀ ਦੇ ਵਿੱਚ। ਜਦੋਂ ਸਰਕੂਲੇਸ਼ਨ ਜ਼ਿਆਦਾ ਹੁੰਦੀ ਆ ਪੈਸੇ ਦੀ ਤਾਂ ਓਬਵੀਅਸਲੀ ਇਨਫਲੇਸ਼ਨ ਨੂੰ ਉਹ ਤਾਂ ਨੂੰ ਕਰਦਾ। ਹਾਂਜੀ, ਇਨਫਲੇਸ਼ਨ ਤਾਂ ਹੀ ਘੱਟ, ਇੰਟਰਸਟ ਰੇਟ ਹੁਣ ਤਾਂ ਹੀ ਘੱਟ ਕਰਦੇ ਆ ਬੈਂਕ ਆਫ ਕੈਨੇਡਾ ਵਾਲੇ ਕਿ ਮਨੀ ਸਪਲਾਈ ਘੱਟ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਤੋਂ ਇੰਨਾ ਪੈਸਾ ਨਾ ਹੋਵੇ ਵੀ ਫਟਾਫਟ ਖਰਚੀ ਜਾਣ। ਉਹ ਕਹਿੰਦੇ ਕਿ ਇੱਕੋ ਹੀ ਪਾਲਿਸੀ ਲਾਉਣੀ ਕਿ ਬੈਂਕ ਆਫ ਕੈਨੇਡਾ ਨੇ ਰੇਟ ਤਾਂ ਨੂੰ ਕਰ ਦੇਣਾ, ਇਹ ਕਾਫੀ ਨਹੀਂ ਹੈ ਇਨਫਲੇਸ਼ਨ ਕੰਟਰੋਲ ਕਰਨ ਲਈ। ਅਜੇ ਤਾਈਂ ਸਾਬਤ ਹੋ ਚੁੱਕਾ। ਕੁਝ ਇਕਨੋਮਿਸਟ ਤਾਂ ਕਹਿੰਦੇ ਕਿ ਬੈਂਕ ਆਫ ਕੈਨੇਡਾ ਨੇ ਰੇਟ ਉਸ ਹਿਸਾਬ ਨਾਲ ਨਹੀਂ ਚੱਕਿਆ ਜਿੰਨਾ ਚੱਕਣਾ ਚਾਹੀਦਾ ਸੀ ਇਹਨਾਂ ਨੂੰ। ਹੁਣ ਉਹਦਾ ਦੂਜਾ ਪੱਖ ਇਹ ਆ ਕਿ ਉਹਦੇ ਨਾਲ ਰਿਸੈਸ਼ਨ ਵੀ ਆ ਸਕਦਾ। ਹਾਂਜੀ, ਹੁਣ ਤੁਸੀਂ ਸਪਲਾਈ ਤਾਂ ਬੰਦ ਕਰ ਦਿਓਗੇ, ਫਿਰ ਫੈਕਟਰੀਆਂ ਬੰਦ ਹੋਣਗੀਆਂ, ਫਿਰ ਲੋਕਾਂ ਦੀ ਪਰਚੇਸਿੰਗ ਪਾਵਰ ਘੱਟ ਹੋ ਜਾਣੀ ਹੈ, ਤਾਂ ਉਹਨਾਂ ਦੇ ਜਿਹੜੇ ਹੁਣ ਘਰ ਲਏ ਆ 2.5-3 ਮਿਲੀਅਨ ਦੇ ਉਹ ਜਾਂਦੇ ਲੱਗਣੇ ਆ। ਹਾਂਜੀ, ਤਾਂ ਉਹ ਰਿਸੈਸ਼ਨ ਦੇ ਵਿੱਚ ਨੂੰ ਬੰਦ ਕਰਦੇ, ਤੁਸੀਂ ਇਨਫਲੇਸ਼ਨ ਨੂੰ ਬੰਦ ਕਰਦੇ ਕਰਦੇ ਰਿਸੈਸ਼ਨ ਕਰ ਦਿੰਦੇ ਆ ਤੇ ਉਹਦਾ ਜ਼ਿਆਦਾ ਨੁਕਸਾਨ ਹੁੰਦਾ। ਤਾਂ ਸਕੋਸ਼ੀਆ ਬੈਂਕ ਦੇ ਇਕਨੋਮਿਸਟ ਨੇ ਇਹ ਕਿਹਾ ਕਿ ਜੇ ਤੁਸੀਂ ਆਪਣਾ ਖਰਚਾ ਘੱਟ ਕਰ ਦਿਓ ਫੈਡਰਲ ਸਰਕਾਰ ਨੂੰ, ਜਿਹਦੇ ਨਾਲ ਲੋਕਾਂ ਦੇ ਵਿੱਚ ਮਨੀ ਸਪਲਾਈ ਜ਼ਿਆਦਾ ਆ ਗਈ ਆ, ਤਾਂ ਉਹਦੇ ਨਾਲ ਵੀ ਇਨਫਲੇਸ਼ਨ ਘੱਟ ਹੋ ਸਕਦਾ। ਹਾਂਜੀ, ਫਾਰ ਐਗਜ਼ਾਮਪਲ ਸਿੱਧੀ ਗੱਲ ਹੈ, ਜਿੱਦਾਂ ਹਾਊਸਿੰਗ ਮਾਰਕੀਟ ਚੱਲ ਰਹੀ ਹੈ, ਤੁਸੀਂ ਬਣਾ ਰਹੇ ਆ, ਜੇ ਬਰਾਬਰੀ ਇੱਕ ਸਰਕਾਰਾਂ ਵੀ ਕੁਝ ਬਣਾਈ ਜਾਂਦੀਆਂ ਹੈ, ਉਹ ਤੁਸੀਂ ਹੁਣ ਇੱਕੋ ਹੀ ਥਾਂ ਤੋਂ ਤਾਂ ਪ੍ਰੋਡਕਟ ਖਰੀਦਦੇ ਆ ਤੇ ਉਹਨਾਂ ਨੇ ਜੇ ਤੁਸੀਂ ਲੰਬਰ ਖਰੀਦਦੇ ਆ ਇੱਕ ਜਗ੍ਹਾ ਤੋਂ, ਇੱਕ ਪਾਸੇ ਤਾਂ ਪ੍ਰਾਈਵੇਟ ਇੰਡਸਟਰੀ ਬਣਾ ਰਹੀ ਹੈ, ਇੱਕ ਪਾਸੇ ਸਰਕਾਰ ਬਣਾ ਰਹੀ ਹੈ। ਉਹਨਾਂ ਦੇ ਡਿਮਾਂਡ ਜ਼ਿਆਦਾ ਹੋਣ ਨਾਲ ਉਹਨਾਂ ਨੇ 10% ਤਾਂ ਨੂੰ ਚੱਕ ਦੇਣੀ ਪ੍ਰਾਈਸ। ਜੇ ਉਹਨਾਂ ਦੀ ਡਿਮਾਂਡ ਹੀ ਨਾ ਹੋਵੇ ਇੰਨੀ ਤਾਂ ਫਿਰ ਪ੍ਰਾਈਸ ਥੱਲੇ ਰਹੇ। ਸਰਕਾਰ ਨੇ ਉਹ ਡਿਮਾਂਡ ਜ਼ਿਆਦਾ ਹਾਈ ਕੀਤੀ ਹੈ ਸਪੈਂਡਿੰਗ ਕਰਕੇ। ਵੈਸੇ ਜੌਨ ਮਨਾਰਡ ਕੇਨਜ਼ ਹੁੰਦੇ ਸੀ ਇੱਕ ਬ੍ਰਿਟਿਸ਼ ਇਕਨੋਮਿਸਟ, ਉਹਨਾਂ ਨੇ ਆਈਡੀਆ ਉਹਨਾਂ ਨੇ ਸਪੈਂਡਿੰਗ ਦਾ ਪਹਿਲਾਂ ਦਿੱਤਾ ਸੀ। ਕਹਿੰਦੇ ਜਦੋਂ ਰਿਸੈਸ਼ਨ ਆਉਂਦਾ ਨਾ ਉਸ ਵੇਲੇ ਸਪੈਂਡਿੰਗ ਬਹੁਤ ਘੱਟ ਹੋ ਜਾਂਦੀ ਹੈ, ਫੈਕਟਰੀਜ਼ ਦੇ ਵਿੱਚੋਂ ਲੇ ਆਫ ਕਰ ਦਿੰਦੇ ਨੇ, ਵਰਕਰਸ ਅਨਐਮਪਲੋਇਡ ਹੋ ਜਾਂਦੇ, ਉਹਨਾਂ ਦੀ ਪਰਚੇਸਿੰਗ ਪਾਵਰ ਘੱਟ ਹੋ ਜਾਂਦੀ। ਜੇ ਇਸ ਬੰਦੇ ਨੂੰ ਪਹਿਲਾਂ 5000 ਮਿਲਦਾ ਸੀ, 4000 ਮਿਲਦਾ ਸੀ, ਹੁਣ ਉਹਨੂੰ 1500 ਮਿਲ ਰਿਹਾ। ਅਨਐਮਪਲੋਇਮੈਂਟ ਇੰਸ਼ੋਰੈਂਸ ਵੀ ਤਾਂ ਉਹਨਾਂ ਹੀ ਆ। ਉਸ ਵੇਲੇ ਸਰਕਾਰ ਨੂੰ ਚਾਹੀਦਾ ਕਿ ਵੱਡੇ ਵੱਡੇ ਪ੍ਰੋਜੈਕਟ ਤੇ, ਉਹ ਇਹ ਨਹੀਂ ਸੀ ਕਹਿੰਦੇ ਕਿ ਕਿਸੇ ਨੂੰ 2000 ਦੇ ਦਿਓ, ਕਿਸੇ ਨੂੰ 4000 ਦੇ ਦਿਓ, ਉਹ ਕਹਿੰਦੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਹੋਣ। ਜਿੱਦਾਂ ਫਾਰ ਐਗਜ਼ਾਮਪਲ ਤੁਸੀਂ ਹਾਈਵੇ ਬਣਾਉਣਾ, ਵੱਡਾ ਬ੍ਰਿਜ ਬਣਾਉਣਾ, ਕੋਈ ਵੱਡੀ ਯੂਨੀਵਰਸਿਟੀ ਬਣਾਉਣੀ ਹੈ, ਕੋਈ ਵੱਡਾ ਹਾਈਡਰੋ ਪ੍ਰੋਜੈਕਟ ਬਣਾਉਣਾ, ਇਹਨਾਂ ਤੇ ਪੈਸੇ ਲਾਉਣੇ ਚਾਹੀਦੇ ਆ। ਉਹਨਾਂ ਇੱਕ ਤਾਂ ਇੰਪਲੋਇਮੈਂਟ ਜਨਰੇਸ਼ਨ ਹੁੰਦੀ ਹੈ, ਬੰਦੇ ਉੱਥੇ ਲਾਓਗੇ, ਉਹਨਾਂ ਦੇ ਨਾਲ ਉਹਨਾਂ ਦੀ ਪਰਚੇਸਿੰਗ ਪਾਵਰ ਵਧੂਗੀ, ਉਹਨਾਂ ਦੇ ਨਾਲ ਹੋਰ ਬਿਜ਼ਨਸ ਜਿਹੜੇ ਆ ਉਹ ਵੀ ਤਾਂ ਨੂੰ ਜਾਣੇ। ਹੁਣ ਕਿਸੇ ਇੱਕ ਜਗ੍ਹਾ ਤੇ ਤੁਸੀਂ ਬ੍ਰਿਜ ਬਣਾਉਣਾ, ਦੇਖੋ ਕਿੰਨਾ ਮਟੀਰੀਅਲ ਖਰੀਦਣਾ ਪੈਣਾ ਤੁਹਾਨੂੰ, ਸੀਮੈਂਟ ਵੀ ਖਰੀਦਣਾ, ਤੁਸੀਂ ਬਜਰੀ ਵੀ ਖਰੀਦਣੀ, ਤੁਸੀਂ ਲੋਹਾ ਵੀ ਖਰੀਦਣਾ। ਇਹਦੇ ਨਾਲ ਜਨਰੇਟ ਹੁੰਦੀ ਹੈ ਇਕਨੋਮੀ ਦੁਆਰਾ। ਹਾਂਜੀ, ਤਾਂ ਉਹਨਾਂ ਨੇ ਤਾਂ ਗੱਲ ਕੀਤੀ ਸੀ ਵੀ ਜਦੋਂ ਰਿਸੈਸ਼ਨ ਆਉਂਦਾ ਉਦੋਂ ਕੀ ਕਰਨਾ ਚਾਹੀਦਾ, ਤੇ ਇਹ ਕਰ ਰਹੇ ਆ ਉਦੋਂ ਕਿ ਜਦੋਂ ਇਨਫਲੇਸ਼ਨ ਰੇਟ ਤਾਂ ਨੂੰ ਚੱਲ ਰਿਹਾ, ਇਕਨੋਮੀ ਫੁੱਲ ਸਵਿੰਗ ਤੇ ਆ ਔਰ ਉੱਥੇ ਵਰਕਰਸ ਨਹੀਂ ਲੱਭਦੇ। ਹਾਂਜੀ, ਤੇ ਉਹਨਾਂ ਦਿਨਾਂ ਵਿੱਚ ਸਪੈਂਡਿੰਗ ਦਾ ਇੱਕੋ ਹੀ ਮਤਲਬ ਹੁੰਦਾ ਕਿ ਅਗਲੀਆਂ ਇਲੈਕਸ਼ਨ ਆਉਣੀਆਂ ਤੇ ਉਹਨਾਂ ਤੇ ਅਸੀਂ ਜਿੱਤ ਜਾਈਏ, ਚੰਗਾ ਹੈ, ਪੈਸੇ ਦੇ ਕੇ ਜਿੱਤ ਜਾਈਏ ਕੋਈ ਗੱਲ ਨਹੀਂ। ਹੁਣ ਸਿੱਧੇ ਆ ਕੇ ਲੋਕਾਂ ਨੂੰ ਤਾਂ 200 ਦਿੰਦੇ ਨਹੀਂ। ਹਾਂਜੀ, ਸਿੱਧੇ ਤਾਂ ਨਹੀਂ ਦਿੰਦੇ। ਕਿਊਬੈਕ ਦੀ ਗਵਰਨਮੈਂਟ ਨੇ $490 $600 ਦਿੱਤਾ, ਉਹਨਾਂ ਨੇ ਵੀ ਹਾਂਜੀ ਦਿੱਤਾ ਸੀ। ਹੁਣ ਜੇ ਤਾਂ 600 ਲੋਕਾਂ ਨੂੰ ਜਾ ਕੇ
ਇੱਕ ਲਿਫਾਫੇ 'ਚ ਪਾ ਕੇ ਦੇ ਕੇ ਆਉਣ ਤਾਂ ਫੇਰ ਤਾਂ ਉਹ ਹੋ ਜਾਣਾ ਕਿ ਰਿਸ਼ਵਤ ਹੈ। ਹੁਣ ਸਰਕਾਰ ਵੱਲੋਂ ਇੱਕ ਬਹਾਨਾ ਬਣਾਇਆ, ਇਨਫਲੇਸ਼ਨ ਜ਼ਿਆਦਾ ਹੋ ਗਈ ਸੀ, ਅਸੀਂ ਲੋਕਾਂ ਦੀ ਮਦਦ ਕਰ ਰਹੇ ਹਾਂ। ਹੁਣ ਮਦਦ ਕਰਨ ਦਾ ਮਤਲਬ ਇਹ ਇਲੈਕਸ਼ਨ ਤੋਂ ਪਹਿਲਾਂ ਹੀ ਕਰਨੀ ਹੈ, ਤੁਸੀਂ ਪਹਿਲਾਂ ਨਹੀਂ ਕਦੇ ਕਰਨੀ। ਧਿਆਨ ਸਾਰਾ ਇਲੈਕਸ਼ਨ ਤੇ ਹੀ ਆ, ਧਿਆਨ ਸਾਰਾ ਇਲੈਕਸ਼ਨ ਤੇ ਹੈ। ਸੋ ਇਲੈਕਸ਼ਨ ਕਰਕੇ ਸਪੈਂਡਿੰਗ ਜਿਹੜੀ ਜ਼ਿਆਦਾ ਹੋ ਰਹੀ ਹੈ ਨਾ, ਉਹਦੇ ਨਾਲ ਇਨਫਲੇਸ਼ਨ ਜ਼ਿਆਦਾ ਹੋ ਰਹੀ, ਇਹ ਇਕਨੋਮਿਸਟ ਨੇ ਕਿਹਾ, ਹੋਰ ਕੁਝ ਨਹੀਂ ਕਿਹਾ। ਤਾਂ ਉਹਦਾ ਜਵਾਬ ਇਹ ਸੀ ਕ੍ਰਿਸਟੀਆ ਫਰੀਲੈਂਡ ਦਾ ਕਿ ਨਹੀਂ, ਅਸੀਂ ਸਭ ਕੁਝ ਕਰ ਰਹੇ ਹਾਂ। ਹੁਣ ਬੰਦਾ ਜਿਹੜਾ ਪੁੱਛਦਾ ਹੈ ਨਾ, ਜਿੱਦਾਂ ਪੰਜਾਬ ਦੇ ਸਿੱਖਿਆ ਮੰਤਰੀ ਕਹਿੰਦੇ ਸੀ ਉਹ ਰਿਪੋਰਟ ਗਲਤ ਆ, ਤੇ ਕਿਉਂ ਗਲਤ ਆ, ਰੀਜ਼ਨ ਤਾਂ ਦੋ। ਹੁਣ ਇਹ ਕ੍ਰਿਸਟੀਆ ਫਰੀਲੈਂਡ ਦੀ ਵੀ ਲੋਕੀ ਸਵਾਲ ਪੁੱਛਦੇ ਸੀ ਇਕਨੋਮਿਸਟ, ਤੇ ਕੀ ਕਰ ਰਹੇ ਆ ਤੁਸੀਂ ਇੰਨਾ ਹੀ ਕਹਿਤਾ, ਬਿਆਨ ਦੇਤਾ। ਸਕੋਸ਼ੀਆ ਬੈਂਕ ਨੇ ਇਹ ਕਿਹਾ ਕਿ ਤੁਸੀਂ ਕੁਝ ਕਰਦੇ ਨਹੀਂ, ਜੋ ਕੁਝ ਕਰਦੇ ਆ ਉਹਨਾਂ ਇਨਫਲੇਸ਼ਨ ਹੁੰਦਾ। ਤੁਸੀਂ ਕਹਿੰਦੇ ਅਸੀਂ ਸਭ ਕੁਝ ਕਰਦੇ ਆ ਜਿਹਨਾਂ ਇਨਫਲੇਸ਼ਨ ਨਾ ਹੋਵੇ, ਪਰ ਉਹ ਕੀ ਕਰਦੇ ਆ, ਉਹ ਲਿਸਟ ਤਾਂ ਕਰੋ ਨਾ। ਉਹਦੀ ਡਿਟੇਲ ਤਾਂ ਦੋ, ਪਤਾ ਤਾਂ ਲੱਗੇ, ਲੋਕਾਂ ਨੂੰ ਵੀ ਪਤਾ ਲੱਗ ਜਾਂਦਾ। ਰੁੱਖ ਕਰਦੇ ਆ ਜੀ ਹੁਣ ਅਗਲੀ ਖਬਰ ਵੱਲ। ਡਾਕਟਰ ਸਾਹਿਬ, ਜੋ ਬਾਈਡਨ ਦੀ ਗੱਲ ਕਰਦੇ ਆ, ਹੁਣ ਏਸ਼ੀਅਨ ਵੋਟਾਂ ਵੀ ਖਤਰੇ ਦੇ ਵਿੱਚ ਨੇ, ਤੇ ਜਿਹੜਾ ਉਹਨਾਂ ਦਾ ਗ੍ਰਾਫ ਹੈਗਾ ਉਹ ਦਿਨ ਪ੍ਰਤੀ ਦਿਨ ਡਾਊਨ ਹੁੰਦਾ ਜਾ ਰਿਹਾ, ਡਿੱਗ ਰਿਹਾ। ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਪਹਿਲਾਂ ਇਹਨਾਂ ਨੇ ਸਰਵੇਜ਼ ਆਏ ਆ, ਡੈਮੋਕ੍ਰੈਟਿਕ ਪਾਰਟੀ ਦਾ ਕੁਛ ਇੱਕ ਗਰੁੱਪਸ ਦੇ ਵਿੱਚ ਹਮੇਸ਼ਾ ਹੀ ਹੱਥ ਉੱਤੇ ਰਿਹਾ, ਦਬਦਬਾ ਰਿਹਾ, ਜਿਹਦਾ ਕਾਲੇ ਵੋਟਰਸ ਆ, ਹਿਸਪੈਨਿਕ ਵੋਟਰਸ ਆ, ਔਰਤਾਂ ਆ, ਵੱਧ ਪੜ੍ਹੇ ਲਿਖੇ ਆ, ਯੰਗ ਬੰਦੇ ਆ, ਇਹਨਾਂ ਦੇ ਵਿੱਚ, ਔਰ ਵੱਡੇ ਵੱਡੇ ਸਿਟੀਜ਼ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ, ਜ਼ਿਆਦਾ ਐਜੂਕੇਸ਼ਨ ਵਾਲਿਆਂ ਦੇ, ਇਹਨਾਂ ਸਾਰੇ ਗਰੁੱਪਾਂ ਦੇ ਸਰਵੇਜ਼ ਨੇ ਸ਼ੋਅ ਕੀਤਾ ਕਿ ਉਹਨਾਂ ਦਾ ਗ੍ਰਾਫ ਥੱਲੇ ਨੂੰ ਜਾ ਰਿਹਾ। ਇਹ ਖਤਰੇ ਦੀ ਘੰਟੀ ਹੈ। ਮਤਲਬ ਇਹ ਉਹ ਵੋਟਰ ਆ ਜਿਹੜੇ ਸਮਝਦੇ ਹੁੰਦੇ ਆ ਅਸੀਂ ਜੇਬ 'ਚ ਪਾਏ, ਉਹ ਜੇਬ 'ਚੋਂ ਨਿਕਲੀ ਜਾਂਦੇ, ਹੁਣ ਹੌਲੀ ਹੌਲੀ ਨਿਕਲ ਕੇ ਦੂਰ ਦੂਰ ਜਾ ਰਹੇ ਆ, ਦੂਰ ਦੂਰ। ਤੇ ਹੁਣ ਜਿਹੜਾ ਲੇਟੈਸਟ ਆ ਉਹ ਤੇ ਕਮੈਂਟਰੀ ਕਰ ਰਿਹਾ ਕਿ ਏਸ਼ੀਅਨ ਅਮਰੀਕਨ ਵੋਟਰਸ ਆ, ਜਿਨ੍ਹਾਂ ਦੇ ਵਿੱਚ ਚਾਈਨਾ ਤੋਂ ਆਉਂਦੇ, ਜਾਪਾਨ ਵਾਲੇ ਆਉਂਦੇ, ਇੰਡੀਆ ਵਾਲੇ ਆਉਂਦੇ, ਇਹ ਵੀ ਜ਼ਿਆਦਾ ਤੌਰ ਤੇ ਡੈਮੋਕ੍ਰੈਟਿਕ ਪਾਰਟੀ ਦੇ ਸਪੋਰਟਰ ਰਹੇ ਆ ਪਹਿਲਾਂ। ਹੁਣ ਇੰਡੀਅਨ ਅਮਰੀਕਨਸ ਤੇ ਇੱਕ ਸਰਵੇ ਆਇਆ ਸੀ, ਜਦੋਂ ਡੋਨਲਡ ਟਰੰਪ ਪਹਿਲੀ ਵਾਰੀ ਹਿਲਰੀ ਕਲਿੰਟਨ ਦੇ ਖਿਲਾਫ ਖੜੇ ਆ, ਉਹਨਾਂ ਨੂੰ ਸਿਰਫ 15% ਪਈਆਂ, ਤੇ ਹਿਲਰੀ ਕਲਿੰਟਨ ਨੂੰ ਸਾਡੀ ਕਮਿਊਨਿਟੀ ਦੀਆਂ ਉੱਥੇ 85% ਵੋਟਾਂ ਮਿਲੀਆਂ। ਸੋ ਇਹ ਗਰੁੱਪ ਇੱਕ ਬਹੁਤ, ਚਾਹੇ ਤਾਂ ਇਹ ਛੋਟਾ ਤਾਂ ਹੈ ਗਰੁੱਪ, 4% ਅਮਰੀਕਨ ਜਿਹੜੇ ਆ ਏਸ਼ੀਅਨ ਅਮਰੀਕਨਸ, ਪਰ ਉਹ ਕਹਿੰਦੇ ਕਿ ਨੰਬਰ ਇਹਨਾਂ ਦੇ ਜ਼ਿਆਦਾ ਵੱਧ ਰਹੇ ਕਿਉਂਕਿ ਇਮੀਗ੍ਰੇਸ਼ਨ ਉੱਥੋਂ ਜ਼ਿਆਦਾ ਹੈ। ਤੇ ਦੂਸਰੀ ਗੱਲ ਇਹਨਾਂ ਦੀ ਹੈ ਕਿ ਇਹਨਾਂ ਦੇ ਵਿੱਚ ਜਿਹੜਾ ਡਿਸਟਰਸਟ ਆ ਜੋ ਬਾਈਡਨ ਦੇ ਵਿੱਚ ਤੇ ਇਹਨਾਂ ਦੀ ਸਰਕਾਰ ਦੇ ਵਿੱਚ, ਕਾਂਗਰਸ ਨੂੰ, ਕਿਉਂਕਿ ਦੋਏ ਡੈਮੋਕ੍ਰੈਟਿਕ ਪਾਰਟੀ ਦੋਏ ਸਦਨ ਕੰਟਰੋਲ ਕਰਦੀ ਹੈ, ਇਸ ਕਰਕੇ ਜੋ ਵੀ ਸਰਕਾਰ ਡਿਸੀਜਨ ਬਣਾਉਂਦੀ ਹੈ, ਉਹਨਾਂ ਨੇ ਇਹ ਸਰਵੇ ਕੀਤਾ ਕਿ ਤੁਹਾਡਾ ਲੈਵਲ ਆਫ ਟਰਸਟ ਕਿੰਨਾ ਆ। ਜ਼ਿਆਦਾ ਲੋਕੀ ਇਹ ਕਹਿ ਰਹੇ ਕਿ ਸਾਡਾ ਲੈਵਲ ਆਫ ਟਰਸਟ ਘਟਿਆ ਬਹੁਤ, ਤਾਂ ਹੁਣ ਉਹ ਕਹਿੰਦੇ ਕਿ ਖਤਰੇ ਦੀ ਘੰਟੀ ਹੈ, ਜਿਹੜੀ ਆਖਰੀ ਸਹਾਰਾ ਹੁੰਦਾ ਨਾ, ਉਹ ਟੁੱਟ ਗਿਆ। ਸੋ ਅਨਲੈਸ ਕੁਝ ਹੋਰ ਚੇਂਜ ਹੋ ਜਾਵੇ, ਆਪਣੇ ਕਿੰਨੇ 8 ਨਵੰਬਰ ਨੂੰ ਵੋਟਾਂ ਪੈਣੀਆਂ, ਤੇ ਡੈਮੋਕ੍ਰੈਟਿਕ ਪਾਰਟੀ ਤੇ ਅਜੇ ਤਾਈਂ ਇਹ ਲੱਗ ਰਿਹਾ ਕਿ ਦੋਨੇ ਸਦਨ ਇਹਨਾਂ ਦੇ ਹੱਥ 'ਚੋਂ ਜਾਂਦੇ ਲੱਗਣੇ। ਜੀ ਡਾਕਟਰ ਸਾਹਿਬ, ਮਾਹਰਾਂ ਦਾ ਵੀ ਇਹੀ ਕਹਿਣਾ ਚਾਹੇ, ਉਹ ਕਹਿੰਦੇ ਵੀ ਜੇ ਕੋਈ ਚਮਤਕਾਰ ਵੀ ਹੋ ਜਾਂਦਾ ਤਾਂ ਉਹ ਵੀ ਬਾਈਡਨ ਨੂੰ ਬਚਾ ਨਹੀਂ ਸਕੂਗਾ, ਇਹੋ ਜਿਹੇ ਉੱਥੇ ਹਾਲਾਤ ਪੈਦਾ ਹੋਏ ਨੇ। ਹੁਣ ਆਪਾਂ ਜੋ ਬਾਈਡਨ ਦੀ ਗੱਲ ਕਰ ਰਹੇ ਹਾਂ ਤਾਂ ਇਹਨਾਂ ਦੀ ਸਾਊਦੀ ਅਰੇਬੀਆ ਦੇ ਨਾਲ ਵੀ ਲੁੱਕਣ ਮਿੱਟੀ ਚੱਲ ਰਹੀ ਆ। ਦੇਖੋ, ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਅਪ੍ਰੈਲ ਦੇ ਵਿੱਚ ਜਾਣਗੇ, ਉਹ ਮੁਲਤਵੀ ਕਰਨਾ ਪਿਆ। ਹੁਣ ਨੈਕਸਟ ਮੰਥ ਕਹਿੰਦੇ ਆ, ਹੁਣ ਜੁਲਾਈ ਦੇ ਵਿੱਚ ਕਹਿ ਰਹੇ। ਜੁਲਾਈ ਦੇ ਵਿੱਚ ਇਹਨਾਂ ਨੇ ਬਹਾਨਾ ਬਣਾ ਲਿਆ। ਜੁਲਾਈ ਦੇ ਵਿੱਚ ਸਿੱਧਾ ਸਾਊਦੀ ਅਰੇਬੀਆ ਨਹੀਂ, ਉੱਥੇ ਗੋਲਫ ਕਾਰਪੋਰੇਸ਼ਨ ਕੰਟਰੀਜ਼ ਦੀ ਇੱਕ ਮੀਟਿੰਗ ਚੱਲਣੀ ਹੈ, ਸਾਰੇ ਗੋਲਫ ਮੁਲਕਾਂ ਦੀ, ਤੇ ਉਹ ਬਹਾਨਾ ਇਹ ਲਾ ਲਿਆ ਕਿ ਅਸੀਂ ਉਹ ਗੋਲਫ ਵਾਲਿਆਂ ਦੀ ਜਿਹੜੀ ਮੀਟਿੰਗ ਹੋਣੀ ਉਹ ਅਟੈਂਡ ਕਰਨ ਚੱਲੇ ਹਾਂ। ਤੇ ਚੱਲੇ ਉਹ ਆਬਵੀਅਸਲੀ ਸਾਊਦੀ ਅਰੇਬੀਆ ਦੇ ਵਿੱਚ ਹੋਣੀ, ਤਾਂ ਉੱਥੇ ਜਾਣਾ, ਤੇ ਸਾਊਦੀ ਅਰੇਬੀਆ ਦੇ ਰਾਜੇ ਨੂੰ ਵੀ ਮਿਲਣਾ ਹੁੰਦਾ। ਹੁਣ ਇਸ਼ੂ ਇੱਕ ਹੋਰ ਆ ਗਈ ਸੀ, ਸਾਊਦੀ ਅਰੇਬੀਆ ਦੇ ਰਾਜੇ ਦਾ ਮੁੰਡਾ ਜਿਹੜਾ ਹੈ,
सलमान बिन ਮੁਹੰਮਦ बिन सुल्तान ਹਾਂਜੀ ਇਹ ਜਿਹੜਾ ਇਹਨਾਂ ਦਾ ਵਾਸ਼ਿੰਗਟਨ ਪੋਸਟ ਦਾ ਪੱਤਰਕਾਰ ਮਾਰਿਆ ਸੀ ਖਸ਼ੋਗੀ ਹਾਂਜੀ ਟਰਕੀ ਦੇ ਵਿੱਚ ਇਹਨਾਂ ਨੇ ਜਿਹੜੀ ਅਮਰੀਕਨ ਰਿਪੋਰਟ ਸੀ ਪਹਿਲਾਂ ਜਿਹੜੀ ਇਹਨਾਂ ਨੇ ਪਬਲਿਕ ਕੀਤੀ ਹੈ ਜੋ ਬਾਈਡਨ ਨੇ ਆਉਂਦਿਆਂ ਨੇ ਪਬਲਿਕ ਕਰਤੀ ਉਹ ਹਾਂਜੀ ਉਹਦੇ ਵਿੱਚ ਉਹਦਾ ਐਕਚੁਅਲੀ ਨਾਂ ਲਿਆ ਗਿਆ ਹਾਂਜੀ ਕਿ ਇਹ ਕਤਲ ਉਹਨੇ ਕਰਵਾਇਆ ਹੁਣ ਇਹ ਇਸ਼ੂ ਸੀ ਸਾਊਦੀ ਅਰੇਬੀਆ ਵਾਲਿਆਂ ਨੇ ਤਾਂ ਹੀ ਨਹੀਂ ਆਉਣ ਦਿੱਤਾ ਇਹਨਾਂ ਨੂੰ ਅਪ੍ਰੈਲ ਦੇ ਵਿੱਚ ਹਾਂਜੀ ਉਹ ਕਹਿੰਦੇ ਤੁਹਾਡੀ ਕੋਈ ਨਹੀਂ ਗੱਲ ਮੰਨਣੀ ਅਸੀਂ ਤੁਸੀਂ ਆ ਜਾਓ ਤੁਸੀਂ ਕਹਿੰਦੇ ਤੇਲ ਜ਼ਿਆਦਾ ਪ੍ਰੋਡਕਸ਼ਨ ਕਰੋ ਅਸੀਂ ਨਹੀਂ ਮੰਨਦੇ ਤੁਹਾਡੀ ਉਹ ਹੁਣ ਤਾਂ ਸੋਚਦੇ ਹੋਣੇ ਵੀ ਗਲਤੀ ਕਰ ਲਈ ਪਰ ਉਸ ਵੇਲੇ ਥੋੜਾ ਜਿਹਾ ਇਦਾਂ ਲੱਗਦਾ ਸੀ ਇਹਨਾਂ ਨੂੰ ਵੀ ਅਸੀਂ ਤਾਂ ਚੰਗੀ ਗੱਲ ਕੀਤੀ ਆ ਹਿਊਮਨ ਰਾਈਟਸ ਦੀ ਗੱਲ ਕੀਤੀ ਆ ਹਿਊਮਨ ਰਾਈਟਸ ਜਿਹੜੇ ਆ ਹੁਣ ਦੰਦੀਆਂ ਵੱਢਦੇ ਇਹਨਾਂ ਦੇ ਹੁਣ ਫੇਰ ਪੱਤਰਕਾਰ ਨੇ ਦੂਜਾ ਸਵਾਲ ਪੁੱਛਿਆ ਵੀ ਤੁਸੀਂ ਹੁਣ ਉੱਥੇ ਜਾਣਾ ਆ ਆਬਵੀਅਸਲੀ ਤੁਸੀਂ ਰਾਜੇ ਨੂੰ ਤਾਂ ਮਿਲਣਾ ਹੈ ਤਾਂ ਉਸ ਮੀਟਿੰਗ ਦੇ ਵਿੱਚ ਤੁਸੀਂ ਮੁਹੰਮਦ ਬਿਨ ਸਲਮਾਨ ਵੀ ਹੋਣਾ ਹਾਂਜੀ ਪਹਿਲਾਂ ਤਾਂ ਵਾਈਟ ਹਾਊਸ ਨੇ ਕਹਿਤਾ ਕਿ ਉਹ ਮੁਹੰਮਦ ਬਿਨ ਸੁਲਤਾਨ ਨਾ 1-to-1 ਮੀਟਿੰਗ ਹੈ ਫਿਰ ਇਹਨੂੰ ਪਿੱਛੇ ਹਟਣਾ ਪਿਆ ਉਹ ਕਹਿੰਦੇ ਕਿ ਜਿਹੜੇ ਬੰਦੇ ਨੂੰ ਤੁਸੀਂ ਕਹਿੰਦੇ ਕਿ ਇਹਨੇ ਸਾਡਾ ਪੱਤਰਕਾਰ ਇੱਕ ਮਾਰਿਆ ਖਸ਼ੋਗੀ ਭਾਵੇਂ ਸਾਊਦੀ ਅਰੇਬੀਆ ਦਾ ਸੀ ਪਰ ਅਮਰੀਕਾ ਦੇ ਵਿੱਚ ਪੱਤਰਕਾਰੀ ਕਰਦਾ ਸੀ ਹਾਂਜੀ ਕਰਦਾ ਵੀ ਇੱਕ ਮੇਜਰ ਪੇਪਰ ਨਾਲ ਵਾਸ਼ਿੰਗਟਨ ਪੋਸਟ ਨਿਊਯਾਰਕ ਟਾਈਮ ਤੋਂ ਦੂਜੇ ਨੰਬਰ ਤੇ ਹੈ ਕਹਿ ਲਓ ਜੇ ਮਸ਼ਹੂਰੀ ਦੇਖਣੀ ਹੋਵੇ ਉਹਨਾਂ ਦੀ ਤਾਂ ਉਹਨਾਂ ਦੇ ਨਾਲ ਉਹਦਾ ਕਾਲਮ ਲਿਖਦਾ ਹੁੰਦਾ ਸੀ ਉੱਥੇ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਕਿ ਉਸ ਬੰਦੇ ਨੇ ਇਹ ਸਾਡਾ ਪੱਤਰਕਾਰ ਮਰਵਾਤਾ ਦੂਜੇ ਪਾਸੇ ਉਹਨਾਂ 1-to-1 ਮੀਟਿੰਗਾਂ ਕਰਨ ਲੱਗੀਆਂ ਹਾਂਜੀ ਫਿਰ ਇਹਨਾਂ ਨੇ ਕਿਹਾ ਨਹੀਂ ਉਹ 1-to-1 ਮੀਟਿੰਗ ਨਹੀਂ ਹੋਣੀ ਉਹ ਮੀਟਿੰਗ ਤਾਂ ਕਰਨੀ ਰਾਜੇ ਨਾਲ ਪਰ ਉਹਦੇ ਵਿੱਚ ਉਹ ਵੀ ਬੈਠਾ ਹੋਣਾ ਹੁਣ ਤੀਜੇ ਥਾਂ ਤੇ ਆ ਕੇ ਥੱਲੇ ਨੂੰ ਹੋਈ ਜਾਂਦੇ ਨਾ ਹਾਂਜੀ ਤੇ ਉਹਨਾਂ ਨੂੰ ਪਹਿਲਾਂ ਤਾਂ ਕਿਹਾ ਸੀ ਵੀ ਮੁਹੰਮਦ ਬਿਨ ਸਲਮਾਨ ਜਿਹੜਾ ਉਹ ਨਾ ਆਵੇ ਮੀਟਿੰਗ ਦੇ ਵਿੱਚ ਤੇ ਉਹ ਸਾਊਦੀ ਅਰੇਬੀਆ ਵਾਲੇ ਮੰਨਦੇ ਨਹੀਂ ਇਹ ਗੱਲ ਉਹ ਕਹਿੰਦੇ ਉਹ ਆਊਗਾ ਕਿਉਂਕਿ ਅਗਲਾ ਕਿੰਗ ਜਿਹੜਾ ਹੋਣਾ ਆ ਇਸ ਵੇਲੇ ਜਿਹੜੇ ਉਹਨਾਂ ਦੇ ਕਿੰਗ ਆ ਉਹਨਾਂ ਦੀ ਉਮਰ ਸ਼ਾਇਦ 86-87 ਸਾਲ ਆ ਮਰਨ ਵਾਲੇ ਹੀ ਆਲਮੋਸਟ ਤੇ ਉਹ ਉਹਨਾਂ ਨੇ ਕਿਹਾ ਕਿ ਜਿਹੜਾ ਅਗਲਾ ਸਾਡਾ ਰਾਜਾ ਬਣਨਾ ਉਹ ਉਹੀ ਆ ਬੰਦਾ ਜਿਹਨੂੰ ਤੁਸੀਂ ਕਹਿੰਦੇ ਮੀਟਿੰਗ 'ਚ ਨਾ ਆਵੇ ਹਾਂਜੀ ਸੋ ਉਹ ਮੀਟਿੰਗ ਦੇ ਵਿੱਚ ਬੈਠੂਗਾ ਹੁਣ 1-to-1 ਮੀਟਿੰਗ ਨਹੀਂ ਹੈ ਉਹ ਕਹਿੰਦੇ ਹੁਣੀ ਵਾਈਟ ਹਾਊਸ ਵਾਲੇ ਕਹਿੰਦੇ ਕਿ ਪਰ ਬੈਠੂਗਾ ਜ਼ਰੂਰ ਉਹ ਮੀਟਿੰਗ ਦੇ ਵਿੱਚ ਇਹਦੇ ਨਾਲ ਬਹੁਤ ਉਹਨਾਂ ਦੀ ਆਲੋਚਨਾ ਜਿਹੜੇ ਹਿਊਮਨ ਰਾਈਟਸ ਦੇ ਇੱਕ ਹੋਰ ਗਰੁੱਪ ਵੀ ਆ ਨਾ ਜਿਹੜਾ ਹਿਊਮਨ ਰਾਈਟਸ ਪ੍ਰਮੋਟ ਕਰਦਾ ਹੈ ਯੂਐਸ ਦੇ ਵਿੱਚ ਉਹਨਾਂ ਦੇ ਵਿੱਚ ਵੀ ਡੈਮੋਕ੍ਰੈਟਿਕ ਪਾਰਟੀ ਦੀ ਪਹਿਲਾਂ ਬੱਲੇ ਬੱਲੇ ਸੀ ਹੁਣ ਕਿੰਤੂ ਪ੍ਰੰਤੂ ਕਰਨ ਲੱਗ ਪਏ ਉਹ ਵੀ ਸੋ 1 by 1 ਹਰੇਕ ਗਰੁੱਪ ਇਹਨਾਂ ਦੇ ਹੱਥੋਂ ਨਿਕਲਦਾ ਜਾ ਰਿਹਾ ਹਾਂਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਸਹੀ ਕਿਹਾ ਗੱਲਬਾਤ ਕਰਦੇ ਹਾਂ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੀ ਜੇ ਉਹ ਇੱਕ ਕਦਮ ਅੱਗੇ ਚੱਲਦੇ ਆ ਤਾਂ 2 ਕਦਮ ਪਿੱਛੇ ਹੋ ਜਾਂਦੇ ਆ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੀ ਡਾਕਟਰ ਸਾਹਿਬ ਜੇ ਆਪਾਂ ਗੱਲ ਕਰਦੇ ਉਹਨਾਂ ਨੂੰ ਝਟਕਾ ਲੱਗ ਗਿਆ ਸੰਸਦ ਦੇ ਵਿੱਚ ਬਹੁਮਤ ਜੋ ਅਗਵਾ ਬੈਠੇ ਆ ਕੀ ਕਹਿਣਾ ਚਾਹੋਗੇ ਦੇਖੋ ਪਿਛਲੇ ਸਾਲ ਲੋਕੀ ਗੱਲ ਕਰਦੇ ਸੀ ਮੈਕਰੋਨ ਕਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਨਹੀਂ ਬਣ ਸਕਦੇ ਦੁਬਾਰਾ ਉਹ ਜਿੱਤ ਗਏ ਹੁਣ ਪ੍ਰੈਜ਼ੀਡੈਂਟ ਤਾਂ ਬਣ ਗਏ ਜਿਹੜਾ ਏਜੰਡਾ ਸਰਕਾਰ ਦਾ ਕੰਟਰੋਲ ਕਰਨਾ ਜਿਹੜੇ ਬਿੱਲ ਪਾਸ ਕਰਨੇ ਹੁੰਦੇ ਆ ਪ੍ਰੈਜ਼ੀਡੈਂਟ ਨੇ ਬਿੱਲ ਤਾਂ ਪਾਸ ਨਹੀਂ ਕਰਨੇ ਉਹ ਤਾਂ ਇੰਪਲੀਮੈਂਟ ਕਰਦਾ ਨਾ ਸਾਰੇ ਹਾਂਜੀ ਉਹਨਾਂ ਦਾ ਸਿਸਟਮ ਜਿਹੜਾ ਇਦਾਂ ਦਾ ਆ ਕਿ ਉਹਨਾਂ ਦੇ ਕੋਲ ਪ੍ਰਾਈਮ ਮਿਨਿਸਟਰ ਵੀ ਆ ਤੇ ਪ੍ਰੈਜ਼ੀਡੈਂਟ ਵੀ ਆ ਹਾਂਜੀ ਪ੍ਰਾਈਮ ਮਿਨਿਸਟਰ ਜਿਹੜਾ ਹੈਡ ਆਫ ਗਵਰਨਮੈਂਟ ਆ ਪ੍ਰੈਜ਼ੀਡੈਂਟ ਹੈਡ ਆਫ ਸਟੇਟ ਆ ਤੇ ਹੈਡ ਆਫ ਜਿਹੜਾ ਗਵਰਨਮੈਂਟ ਆ ਉਹਨੂੰ ਜਿਹੜੀ ਨੈਸ਼ਨਲ ਅਸੈਂਬਲੀ ਆ ਲੋਅਰ ਸਦਨ ਜਿਹੜਾ ਪਾਰਲੀਮੈਂਟ ਦਾ ਉਹਦੇ ਵਿੱਚ ਮੈਜੋਰਟੀ ਦੀ ਪਰੋਸਗੀ ਹੋਣੀ ਚਾਹੀਦੀ ਹੈ ਉਹ ਤਾਂ ਹੀ ਹੋਊਗੀ ਜੇ ਤੁਹਾਡੀ ਮੈਜੋਰਟੀ ਤੁਸੀਂ ਜਿੱਤੋਗੇ ਹੁਣ ਮੈਕਰੋਨ ਦੀ ਆਪਣੀ ਪਾਰਟੀ ਜਿਹੜੀ ਆ ਉਹਨਾਂ ਦੀ ਮੈਜੋਰਟੀ ਤੋਂ ਕਾਫੀ ਸੀਟਾਂ ਘੱਟ ਹੈ ਪਹਿਲੇ ਰਾਉਂਡ ਦੇ ਵਿੱਚ ਲੈਫਟ ਵਿੰਗ ਦੀ ਕੋਲੀਸ਼ਨ ਤੇ ਰਾਈਟ ਵਿੰਗ ਦੀ ਕੋਲੀਸ਼ਨ ਜਿਹੜੀ ਆ ਉਹਨਾਂ ਨੇ ਵੀ ਕਾਫੀ ਸੀਟਾਂ ਵਧਾਈਆਂ ਆਪਣੀਆਂ ਇਸ ਕਰਕੇ ਉਹਨਾਂ ਦੀ ਪੰਗਾ ਇਹ ਪੈ ਜਾਣਾ ਹੁਣ ਕਿ ਪ੍ਰੈਜ਼ੀਡੈਂਟ ਤਾਂ ਠੀਕ ਹੈ ਤੁਸੀਂ ਬਣ ਗਏ ਪਰ ਜਿੰਨੇ ਕਾਨੂੰਨ ਪਾਸ ਕਰਾਉਣੇ ਆ ਨੈਸ਼ਨਲ ਅਸੈਂਬਲੀ ਤੋਂ ਉਹ ਕਿਹਨਾਂ ਨਾਲ ਕਰਾਇਆ ਕਰੋਗੇ ਹਾਂਜੀ ਸੋ ਇਹ ਵੱਡੀ ਸੈਟਬੈਕ ਆ ਕਿ ਜਿਹੜਾ ਏਜੰਡਾ ਆ ਸਰਕਾਰ ਦਾ ਉਹ ਨੈਸ਼ਨਲ ਅਸੈਂਬਲੀ ਕੰਟਰੋਲ ਕਰੂਗੀ
ਤੇ ਜਿਹੜੀਆਂ ਐਗਜ਼ੈਕਟਿਵ ਡਿਸੀਜਨ ਲੈਣੀਆਂ ਆ ਉਹ ਮੈਕਰੋਨ ਲਿਆ ਕਰਨਗੇ। ਜਿਹੜੀਆਂ ਜਿੱਦਾਂ ਇਹਨਾਂ ਨੇ ਰਿਫਾਰਮ ਕੀਤੀਆਂ ਸੀ, ਜਿੱਦਾਂ 62 ਸਾਲ ਦਾ ਪਹਿਲਾਂ ਰਿਟਾਇਰ ਕਰ ਦਿੰਦੇ ਸੀ, ਹੁਣ 65 ਸਾਲ ਦਾ ਕਰਦੇ ਆ। ਹਾਂਜੀ, ਉਹ ਅਜੇ ਵੀ ਪਾਰਲੀਮੈਂਟ ਚੇਂਜ ਕਰ ਸਕਦੀ ਉਹਨੂੰ। ਇਹਨਾਂ ਨੇ ਤਾਂ ਪ੍ਰੋਮਿਸ ਹੀ ਕੀਤਾ ਸੀ, ਕਿਉਂਕਿ ਪ੍ਰੈਜ਼ੀਡੈਂਟ ਨੇ ਕਹਿ ਦਿੱਤਾ ਤਾਂ ਉਹ ਅਜੇ ਲਾਅ ਨਹੀਂ ਬਣਿਆ। ਹਾਂਜੀ, ਲਾਅ ਤਾਂ ਹੀ ਬਣਨਾ ਜੇ ਨੈਸ਼ਨਲ ਅਸੈਂਬਲੀ ਉਹਨੂੰ ਪਾਸ ਕਰੂਗੀ। ਹਾਂਜੀ, ਤੇ ਹੁਣ ਜਿਹੜੇ ਹਾਲਾਤ ਲੱਗਦੇ ਆ ਤੇ ਉੱਥੇ ਨੈਸ਼ਨਲ ਅਸੈਂਬਲੀ ਨੇ ਪਾਸ ਨਹੀਂ ਕਰਨਾ। ਹਾਂਜੀ, ਸੋ ਜਿਹੜੀ ਮੇਜਰ ਆਈਟਮਸ ਜਿਹੜੀਆਂ ਇਹਨਾਂ ਦੇ ਏਜੰਡੇ ਤੇ ਸੀ ਨਾ, ਉਹ ਸਿਰੇ ਨਹੀਂ ਪਹੁੰਚਦੀਆਂ ਲੱਗਦੀਆਂ। ਹਾਂਜੀ, ਉਹ ਇਸ ਕਰਕੇ ਕਿ ਉਹਨਾਂ ਦਾ ਸਿਸਟਮ ਵੱਖਰਾ ਹੈ। ਜੀ, ਪ੍ਰਾਈਮ ਮਿਨਿਸਟਰ ਵੀ ਹੈਗਾ ਆ ਜਿਹੜਾ ਕਿ ਰਿਸਪੌਂਸੀਬਲ ਆ ਨੈਸ਼ਨਲ ਅਸੈਂਬਲੀ ਨੂੰ, ਉੱਥੇ ਮੈਜੋਰਟੀ ਉਹਦੀ ਸਪੋਰਟ ਕਰਨੀ ਚਾਹੀਦੀ। ਇਹ ਦੇਖੋ ਕਿ ਪ੍ਰੈਜ਼ੀਡੈਂਟ ਨੂੰ ਹੱਕ ਤਾਂ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਚੁਣ ਲਵੇ, ਪਰ ਉਹਨੂੰ ਅਪਰੂਵ ਕਰਨ ਲਈ ਨੈਸ਼ਨਲ ਅਸੈਂਬਲੀ ਦੀ ਮੈਜੋਰਟੀ ਚਾਹੀਦੀ ਹੈ। ਕਦੇ ਉਹਨੂੰ ਫਾਇਰ ਨਹੀਂ ਕਰ ਸਕਦਾ। ਹਾਂਜੀ, ਦੇਖੋ ਸਿਸਟਮ ਚੈਕਸ ਐਂਡ ਬੈਲੈਂਸਸ ਕਿੰਨੀਆਂ ਲਾਈਆਂ ਉਹਨਾਂ ਨੇ। ਹਾਂਜੀ, ਬਿਲਕੁਲ ਡਾਕਟਰ ਸਾਹਿਬ, ਰੁਕ ਕਰਦੇ ਜੀ ਹੁਣ ਅਗਲੀ ਖਬਰ ਵੱਲ। CNN ਦੇ ਨਵੇਂ CEO ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਜੀ ਡਾਕਟਰ ਸਾਹਿਬ ਡੈਮੋਕ੍ਰੈਟਸ ਨੂੰ ਲੈ ਕੇ, ਤੇ ਉਹਨਾਂ ਨੇ ਕਿਹਾ ਕਿ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ। ਇਸ ਬਾਰੇ ਦੱਸੋ ਕਿ ਕਿਹੜੀ ਸਟੇਟਮੈਂਟ ਦੇ ਸੰਦਰਭ ਦੇ ਵਿੱਚ ਉਹਨਾਂ ਨੂੰ ਇਹ ਕਹਿਣਾ ਪਿਆ। CNN ਜਿਹੜਾ ਆ ਉਹ ਸ਼ਰੇਆਮ ਡੈਮੋਕ੍ਰੈਟਿਕ ਪਾਰਟੀ ਦੇ ਹੱਕ ਦੇ ਵਿੱਚ ਹੈ। ਹਾਂਜੀ, ਮਤਲਬ ਜੇ ਕੋਈ ਘੰਟਾ ਵੀ ਦੇਖ ਲਵੇ ਉਹਨੂੰ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ। ਦੂਜੇ ਪਾਸੇ ਫੌਕਸ ਨੈਟਵਰਕ ਜਿਹੜੀ ਆ ਉਹ ਰਿਪਬਲਿਕਨ ਪਾਰਟੀ ਦੇ ਹੱਕ ਦੇ ਵਿੱਚ। ਬਾਕੀ ਜਿਹੜੀਆਂ NBC ABC ਇਹਨਾਂ ਦੇ ਕੁਝ ਪ੍ਰੋਗਰਾਮ ਉਹਨਾਂ ਦੇ ਹੱਕ 'ਚ ਹੁੰਦੇ ਆ, ਕੁਝ ਦੂਜਿਆਂ ਦੇ, ਉਹ ਦੋਹਾਂ ਪਾਸਿਆਂ 'ਚ ਹੀ ਹੁੰਦੇ ਆ। CNN ਵਾਲੇ ਹਮੇਸ਼ਾ ਹੀ ਜਦੋਂ ਜਨਵਰੀ 6 ਦੀਆਂ ਰਿਪੋਰਟ ਕਰਦੇ ਸੀ ਨਾ, ਹੀਅਰਿੰਗ ਹੋ ਰਹੀਆਂ, ਤਾਂ ਉਹ ਪਹਿਲਾਂ ਹਮੇਸ਼ਾ ਕਹਿੰਦੇ ਸੀ ਡੋਨਲਡ ਟਰੰਪ ਨੇ ਇੱਕ ਬਿਗ ਲਾਏ ਰਿਪੋਰਟ ਕੀਤੀ ਹੈ, ਬਿਗ ਲਾਏ। ਹਾਂਜੀ, ਉਹਦੇ ਨਾਲ ਬਿਗ ਲਾਏ ਕਹਿ ਕੇ ਸ਼ਬਦ ਸ਼ੁਰੂ ਕਰਦੇ ਸੀ ਉਹ ਰਿਪੋਰਟਿੰਗ ਦਾ। ਹੁਣ ਬਿਗ ਲਾਏ ਜਿਹੜਾ ਆ ਇਹ ਸ਼ਬਦ ਕੱਢਿਆ ਸੀ ਹਿਟਲਰ ਦੇ ਪ੍ਰੋਪੇਗੈਂਡਾ ਮਿਨਿਸਟਰ ਨੇ, ਗੋਬਲਸ ਕਹਿੰਦਾ ਹੁੰਦਾ ਸੀ ਕਿ ਜੇ ਬੋਲਣਾ ਝੂਠ ਨਾ, ਛੋਟਾ ਨਾ ਬੋਲੋ, ਹਮੇਸ਼ਾ ਹੀ ਵੱਡਾ ਝੂਠ ਬੋਲੋ। ਐਵੇਂ ਨਿੱਕੀਆਂ ਨਿੱਕੀਆਂ ਝੂਠ ਬੋਲਣ ਦੀ, ਜਿੱਦਾਂ ਸਾਡੇ ਪਬਲਿਕ ਸੇਫਟੀ ਮਿਨਿਸਟਰ ਨੇ ਆ ਛੋਟਾ ਜਿਹਾ ਝੂਠ ਬੋਲਿਆ ਵੀ ਮੈਨੂੰ ਤਾਂ ਪੁਲਿਸ ਵਾਲਿਆਂ ਨੇ ਕਿਹਾ ਸੀ ਕਿ ਐਕਟ ਲਾ ਦੇ, ਜਾਂ ਤਾਂ ਚੱਜ ਨਾ ਬੋਲ, ਵੱਡਾ ਸਾਰਾ ਬੋਲ। ਹਾਂਜੀ, ਇਹ ਤਾਂ ਪਿੱਦੀ ਜੀ ਬੋਲ ਕੇ ਨੱਠ ਗਿਆ ਤੂੰ। ਹਾਂਜੀ, ਬਾਅਦ ਦੇ ਵਿੱਚ ਕਹਿੰਦੇ ਕਿ ਮਿਸਅੰਡਰਸਟੂਡ ਕੀਤਾ ਗਿਆ। ਸੋ ਜਿਹੜਾ ਗੋਬਲਸ ਦਾ ਆਈਡੀਆ ਸੀ ਕਿ ਤੁਸੀਂ ਇੱਕ ਬਹੁਤ ਵੱਡਾ ਝੂਠ ਬੋਲੋ ਤੇ ਫਿਰ ਉਹਨੂੰ 1000 ਵਾਰ ਦੁਹਰਾਓ ਤਾਂ ਕਿ ਸੱਚ ਲੱਗਣ ਲੱਗ ਜਾਏ, ਤਾਂ ਕਿ ਲੋਕਾਂ ਦੇ ਜਦ ਜ਼ਿਹਨ 'ਚ ਹੋ ਜਾਵੇ। ਜਿੱਦਾਂ ਆਪਣੇ ਨਹੀਂ ਗੱਲ ਸੁਣਾਉਂਦੇ ਹੁੰਦੇ ਸੀ ਕਿ ਕੋਈ ਬੱਕਰੀ ਲੈ ਕੇ ਤੁਰਿਆ ਜਾਂਦਾ, ਉਹ ਮਤਲਬ ਸੇਮ ਆਈਡੀਆ ਆ ਬਸ। ਹਾਂਜੀ, ਪੰਜਾਬੀ ਦੀ ਕਹਾਣੀ ਸੁਣਾਉਂਦੇ ਹੁੰਦੇ ਸੀ, ਕੋਈ ਬੱਕਰੀ ਲੈ ਕੇ ਤੁਰਿਆ ਜਾਂਦਾ ਤਾਂ ਉਹਨੂੰ ਬੰਦੇ ਰਾਹ ਦੇ ਵਿੱਚ ਕਹਿੰਦੇ ਆ ਕੁੱਤੀ ਲੈ ਕੇ ਕਿੱਧਰ ਨੂੰ ਚੱਲਿਆ, ਉਹ ਕਹਿੰਦਾ ਯਾਰ ਬੱਕਰੀ ਆ, ਉਹ ਕਹਿੰਦੇ ਨਹੀਂ ਸਾਨੂੰ ਤਾਂ ਕੁੱਤੀ ਦੀ ਆ। ਉਹ ਇੱਕ ਪਿੰਡ ਗਿਆ, ਦੂਜੇ ਪਿੰਡ ਗਿਆ, ਤੀਜੇ 10 ਕੁ ਪਿੰਡਾਂ ਬਾਅਦ ਜਦੋਂ ਉਹਨੂੰ ਕੁੱਤੀ ਕਹੀ ਜਾਣਾ ਤੇ ਫਿਰ ਉਹਨੂੰ ਸ਼ੱਕ ਹੀ ਹੋ ਗਿਆ ਵੀ ਵਾਕਈ ਮੈਂ ਕੁੱਤੀ ਲਈ ਫਿਰਦਾ। ਸੋ ਇਹ ਗੋਬਲਸ ਦਾ ਪ੍ਰੋਪੇਗੈਂਡਾ ਇਦਾਂ ਆ, ਉਹ ਕਹਿੰਦਾ ਵੀ ਇੰਨੀ ਵਾਰੀ ਦੁਹਰਾਓ ਉਹਨੂੰ ਵੀ ਲੋਕੀ ਯਕੀਨ ਕਰਨ ਲੱਗ ਪੈਣ। ਤੇ ਇਹ CNN ਦਾ ਜਿਹੜਾ ਹੁਣ ਨਵਾਂ CEO ਆਇਆ, ਉਹਨੇ ਕਿਹਾ ਕਿ ਜਿਹੜੀ ਤੁਸੀਂ ਇਹ ਗੱਲ ਕਰਦੇ ਨਾ ਡੋਨਲਡ ਟਰੰਪ ਨੇ ਝੂਠ ਬੋਲਿਆ, ਡੈਮੋਕ੍ਰੈਟਿਕ ਪਾਰਟੀ ਦੇ ਕਹਿੰਦਾ ਪਾਲਿਸੀਜ਼ ਦੇਖ ਕੇ ਦੇਖ ਲਓ। এনवायरमेंट ਦੀ ਗੱਲ ਕਰਦੇ ਆ, ਬਲੈਕ ਸਵਨ ਨੂੰ ਅਸੀਂ ਇਦਾਂ ਕਰ ਦੇਵਾਂਗੇ, ਇਮੀਗ੍ਰੈਂਟਸ ਨੂੰ ਅਸੀਂ ਚੰਗੇ ਬਣ ਕੇ ਦਿਖਾਵਾਂਗੇ, ਯੂਥ ਲਈ ਪ੍ਰੋਗਰਾਮ ਸਾਡੇ ਤੋਂ ਆ। ਕਹਿੰਦਾ ਇਹ ਸਾਰੇ ਝੂਠ ਆ। ਡੈਮੋਕ੍ਰੈਟਿਕ ਪਾਰਟੀ ਦੇ ਬਾਰੇ ਤੁਸੀਂ ਹੱਕ ਦੇ ਵਿੱਚ ਜਿਹੜੇ ਬੋਲਦੇ ਆ ਅਸੀਂ, ਇਹ ਵੀ ਸਾਰਾ ਕੁਝ ਸ਼ਰੇਆਮ ਝੂਠ ਆ। ਇਹ ਬੋਲਦੇ ਕੁਝ ਹੋਰ ਆ, ਕਰਦੇ ਕੁਝ ਹੋਰ ਆ। ਹਾਂਜੀ, ਉਹ ਕਹਿੰਦਾ ਜਿਹੜੀ ਬਿਗ ਲਾਈਫ ਟਰਮ ਆ ਉਹ ਫਿਰ ਇਹਨਾਂ ਤੇ ਵੀ ਅਪਲਾਈ ਹੁੰਦੀ ਹੈ। ਹਾਂਜੀ, ਫਿਰ ਲੋਕੀ ਦੇਖਣਗੇ ਕਿ ਇਹ ਉਹਨੂੰ ਡੋਨਲਡ ਟਰੰਪ ਨੂੰ ਤਾਂ ਕਹੀ ਜਾਂਦੇ ਬਿਗ ਲਾਈ, ਪਰ ਆਪਣੀ ਪਾਰਟੀ ਵਾਲਿਆਂ ਨੂੰ ਕਹਿੰਦੇ ਨਹੀਂ। ਇਸ ਕਰਕੇ ਤੁਸੀਂ ਉਹ ਕਹਿੰਦਾ ਬੰਦ ਹੀ ਕਰ ਦਿਓ, ਇਹ ਸ਼ਬਦ ਨਾ ਹੀ ਵਰਤੋ। ਹਾਂਜੀ, ਬਿਲਕੁਲ ਡਾਕਟਰ ਸਾਹਿਬ, ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ 'ਚ ਆ ਗਿਆ, ਇੱਕ ਵਾਰ ਫਿਰ ਤੋਂ ਮੁਸੀਬਤ 'ਚ ਫਸ ਗਏ ਆ। ਆਪਣੇ ਸਰੋਤਿਆਂ ਨੂੰ ਵਿਸਥਾਰ ਦੇ ਨਾਲ ਦੱਸੋ।
ਹੁਣ ਪਿੱਛੇ ਜੇ ਨਾ ਅਮਰੀਕਾ ਦੇ ਇੱਕ ਮਸ਼ਹੂਰ ਪੇਪਰ ਵਾਸ਼ਿੰਗਟਨ ਪੋਸਟ ਨੇ ਐਡੀਟੋਰੀਅਲ ਲਿਖਿਆ। ਉਹਨਾਂ ਨੇ ਜਸਟਿਨ ਟਰੂਡੋ ਤੇ ਐਡੀਟੋਰੀਅਲ ਇਸ ਕਰਕੇ ਲਿਖਿਆ ਕਿ ਇਹਨਾਂ ਨੇ 2 ਇਸ਼ੂਜ਼ ਪਿੱਛੇ ਜਿਹਾ ਲੈ ਕੇ ਆਂਦੀਆਂ ਜਿਨ੍ਹਾਂ ਤੇ ਬਹੁਤ ਰੌਲਾ ਪਾਇਆ। ਇੱਕ ਤਾਂ ਉਹਨਾਂ ਨੇ ਲਾਅ ਵੀ ਬਣਾਇਆ ਹੁਣ ਜੇ ਹਥਿਆਰਾਂ ਬਾਰੇ, ਹਾਂਜੀ, ਇੱਕ ਅਬੋਰਸ਼ਨ ਦੀ ਇਸ਼ੂ ਸੀ, ਇੱਕ ਹਥਿਆਰਾਂ ਦੀ ਇਸ਼ੂ ਸੀ ਜੀ। ਉਹ ਕਹਿੰਦੇ ਵੀ ਨਾ ਤਾਂ ਅਬੋਰਸ਼ਨ ਦੀ ਕੈਨੇਡੀਅਨ ਦੇ ਵਿੱਚ ਕੋਈ ਇਸ਼ੂ ਹੈ ਤੇ ਨਾ ਸੀ ਤੇ ਨਾ ਹੈ, ਨਾ ਹੋਣੀ ਹੈ। ਤੁਹਾਡੇ ਅਬੋਰਸ਼ਨ ਮਿਲ ਜਾਂਦਾ ਆ, ਇਹ ਤੁਹਾਡੇ ਇਦਾਂ ਹੀ ਰਹਿਣਾ। ਤੇ ਜਿਹੜੀ ਹਥਿਆਰਾਂ ਦੀ ਗੱਲ ਕਰਦੇ ਆ, ਜਿਹੜੀ ਅਸੀਂ ਗੱਲ ਕਰਦੇ ਆ ਸ਼ੂਟਿੰਗ ਦੀ ਆਟੋਮੈਟਿਕ ਰਾਈਫਲ ਦੇ ਨਾਲ, ਸੈਮੀ ਆਟੋਮੈਟਿਕ ਰਾਈਫਲ ਦੇ ਨਾਲ, ਉਹ ਪ੍ਰੋਬਲਮ ਕੈਨੇਡਾ ਦੇ ਵਿੱਚ ਨਹੀਂ ਆ, ਉਹ ਅਮਰੀਕਾ ਦੀ ਪ੍ਰੋਬਲਮ ਹੈ। ਹਾਂਜੀ, ਤੁਸੀਂ ਜਾਣਬੁੱਝ ਕੇ ਲਿਆਉਂਦੇ ਆ ਕਿਉਂਕਿ ਤੁਹਾਡੇ ਓਪੋਨੈਂਟ ਫਿਰ ਉਹਦੇ ਖਿਲਾਫ ਵੋਟਾਂ ਪਾਉਣਗੇ। ਉਹ ਹੈਗਾ ਪੋਲੀਟੀਕਲ ਇਸ਼ੂ। ਇਹ 2 ਇਸ਼ੂਜ਼ ਹਮੇਸ਼ਾ ਲਿਆਉਂਦੇ ਹੁੰਦੇ ਲਿਬਰਲ ਪਾਰਟੀ ਵਾਲੇ। ਜਦੋਂ ਵੀ ਇਹਨਾਂ ਦੀ ਪਪੂਲੈਰਿਟੀ ਘਟ ਜਾਂਦੀ ਹੈ ਨਾ, ਟੈਚੀ ਖੋਲ ਕੇ 2 ਇਸ਼ੂਜ਼ ਲੈ ਆਉਂਦੇ। ਹਾਂਜੀ, ਅਬੋਰਸ਼ਨ ਦੀ ਇਸ਼ੂ ਲਿਆਉਣੀ ਆ ਤਾਂ ਇਹ ਕੋਸ਼ਿਸ਼ ਹੁੰਦੀ ਹੈ ਇਹਨਾਂ ਦੀ ਕਿ ਕੋਈ ਨਾ ਕੋਈ ਬੰਦਾ, ਜਿਹੜੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਕੁਛ ਬੰਦੇ ਹੈਗੇ ਇਦਾਂ ਦੇ ਜਿਹੜੇ ਜ਼ਰੂਰ ਬੋਲਣਗੇ। ਤੇ ਆਸ ਇਹ ਹੁੰਦੀ ਵੀ ਉਹ ਕੁਛ ਨਾ ਕੁਛ ਕਹਿਣ ਤਾਂ ਕਿ ਸਾਡੀਆਂ ਵੋਟਾਂ ਵਧਣ। ਤੇ ਉਹ ਵਾਸ਼ਿੰਗਟਨ ਪੋਸਟ ਨੇ ਕਿਹਾ ਕਿ ਤੁਸੀਂ ਜਿਹੜੀਆਂ ਅਮਰੀਕਨ ਇਸ਼ੂਜ਼ ਆ ਉਹ ਕੈਨੇਡਾ ਦੇ ਵਿੱਚ ਧੂਆਂਧਾਰ ਪ੍ਰਚਾਰ ਕਰ ਰਹੇ। ਉਹਨਾਂ ਨੇ ਕਿਹਾ ਸਾਡੀ ਸੁਜੈਸ਼ਨ ਇਹ ਆ ਕਿ ਜਸਟਿਨ ਟਰੂਡੋ ਨੂੰ ਕਾਂਗਰਸ ਲਈ ਰਨ ਕਰਨਾ ਇੱਥੇ ਆ ਕੇ, ਜਿਹੜੀਆਂ ਇਸ਼ੂਜ਼ ਤੁਸੀਂ ਲੈ ਕੇ ਆਏ ਜੀ। ਫਿਰ ਉਹਨਾਂ ਨੇ ਗੱਲ ਕੀਤੀ, ਉਸ ਕਮੈਂਟਰੀ ਕਰਕੇ ਕੈਨੇਡਾ ਦੇ ਪੇਪਰ ਦੇ ਵਿੱਚ ਬਹੁਤ ਸਾਰੇ ਕਾਲਮਸ ਆਏ ਜਿਹੜੇ ਤੇ ਉਹਨਾਂ ਨੇ ਇਸ਼ੂ ਚੱਕੀ ਕਿ ਕੋਈ ਅੱਜ ਤਾਈਂ ਇਦਾਂ ਦੀ ਚੀਜ਼ ਨਹੀਂ ਜਿਹੜੀ ਇਹਨਾਂ ਨੇ ਸਿਰੇ ਨਿਭਾਈ ਹੋਵੇ। ਇੰਡੀਜਨਸ ਲੋਕਾਂ ਬਾਰੇ ਹਮੇਸ਼ਾ ਹੀ ਰੋਂਦੇ ਨਜ਼ਰ ਆਉਣਗੇ, ਅਪੋਲੋਜੀ ਕਰਦੇ ਨਜ਼ਰ ਆਉਣਗੇ। ਕੁਝ ਬਦਲਿਆ ਅੱਜ ਤਾਈਂ? ਨਹੀਂ, ਕੁਝ ਨਹੀਂ ਬਦਲਿਆ। ਹਾਂਜੀ, ਆਪਾਂ ਕੱਲ ਹੀ ਗੱਲਬਾਤ ਕੀਤੀ ਸੀ ਇੰਡੀਅਨ ਐਕਟ ਦੀ ਵੀ, ਜਿਹੜੀ ਸਾਰੀ ਜੜ ਤਾਂ ਉਹ ਆ ਤੇ ਉਹਦੇ ਬਾਰੇ ਗੱਲ ਹੀ ਨਹੀਂ ਕਰਦੇ। ਫਿਰ এনवायरमेंट ਦੀ ਗੱਲ ਕਰਦੇ ਆ। ਹਾਂਜੀ, ਤੇ ਹਰੇਕ ਸਾਲ ਇਹਨਾਂ ਦੇ ਟਾਰਗੇਟ ਜਿਹੜੇ ਹੁੰਦੇ ਆ ਉਹ ਥੱਲੇ ਹੁੰਦੇ ਆ। ਹਾਂਜੀ, ਗੱਲਾਂ ਹੀ ਕਰਦੇ ਆ ਨਾ, এনवायरमेंट ਤਾਂ ਨਹੀਂ ਸੁਧਰੀ। ਨਹੀਂ। ਫਿਰ ਜਿਹੜੀ ਵੀ ਇਸ਼ੂ ਤੇ ਗੱਲ ਕਰਦੇ ਆ ਨਾ, ਸਿਸਟੈਮਿਕ ਰੇਸਿਜ਼ਮ ਤੇ ਕਰਨੀ ਆ, ਅਸੀਂ ਆਹ ਕਰਨੀ, ਉਹ ਕਹਿੰਦੇ ਕਿ ਅਜੇ ਤੱਕ ਤਾਂ ਸਿਰਫ ਤੇ ਸਿਰਫ ਗੱਲਾਂ ਹੀ ਕਰਦੇ ਆ। ਡਾਕਟਰ ਸਾਹਿਬ, ਅਫਗਾਨ ਟ੍ਰਾਂਸਲੇਟਰ ਜਿਹੜਾ ਇਮੀਗ੍ਰੇਸ਼ਨ ਵਾਲਾ ਮੁੱਦਾ, ਉਹ ਵੀ ਸਿਸਟੈਮਿਕ ਰੇਸਿਜ਼ਮ ਹੀ ਹੈ। ਤੁਸੀਂ ਇੱਕ ਪਾਸੇ ਯੂਕਰੇਨ ਵਾਲਿਆਂ ਨੂੰ ਮਤਲਬ ਘਨੇੜੀ ਚੱਕ ਕੇ ਇੱਥੇ ਲਿਆਉਣ ਨੂੰ ਤਿਆਰ ਆ, ਦੂਜੇ ਪਾਸੇ ਜਿਹੜੇ ਲੋਕਾਂ ਨੇ ਤੁਹਾਡੇ ਨਾਲ ਹੀ, ਤੁਹਾਡੀਆਂ ਫੋਰਸਸ ਨਾਲ ਹੀ ਸਰਵ ਕੀਤਾ ਉੱਥੇ, ਹਾਂਜੀ, ਤੁਸੀਂ ਉਹਨਾਂ ਨੂੰ ਵਾਅਦਾ ਕਰਕੇ ਆਏ ਕਿ ਤੁਹਾਨੂੰ ਅਸੀਂ ਕੈਨੇਡਾ ਲੈ ਕੇ ਜਾਵਾਂਗੇ। ਹਾਂਜੀ, ਉਹਨਾਂ ਦੀ ਐਪਲੀਕੇਸ਼ਨ ਹੀ ਮਿਸ ਹੈ, ਅੱਜ ਕੱਲ ਗਾਇਬ ਹੋ ਗਈਆਂ, ਪਤਾ ਨਹੀਂ ਮਿਸਟਰੀ ਬਣ ਗਈਆਂ। ਦੇਖੋ ਇਹ ਡਿਪਾਰਟਮੈਂਟ ਕਿੱਦਾਂ ਕੰਮ ਕਰਦਾ ਹੈ। ਯੂਕਰੇਨੀਅਨ ਇਮੀਗ੍ਰੈਂਟਸ ਦੀਆਂ ਜਿਹੜੀਆਂ ਫਾਈਲਸ ਆ ਬਿਨਾਂ ਅਪਲਾਈ ਕੀਤੇ ਹੀ ਉਹ ਬਣੀ ਜਾਂਦੇ PR। ਹਾਂਜੀ, ਅਫਗਾਨਿਸਤਾਨ ਵਾਲੇ ਉੱਥੇ ਬੈਠੇ ਆ, ਤਾਲਿਬਾਨ ਦੇ ਦੁੱਖ ਚੱਲਦੇ ਹੋਣੇ ਆ, ਉਹਨਾਂ ਨੂੰ ਇੱਥੇ ਆਉਣ ਨਹੀਂ ਦਿੱਤਾ ਜਾਂਦਾ। ਇਹਨਾਂ ਦੀ ਹੈਲਪ ਕਰ ਰਹੇ ਆ, ਆਪਣੀ ਜਾਨ ਤੇ ਖਤਰਾ ਮੁੱਲ ਲੈ ਕੇ। ਜਾਨ ਤੇ ਖਤਰਾ। ਦੂਸਰਾ, ਉਹਨਾਂ ਨਾਲ ਤੁਸੀਂ ਵਾਅਦਾ ਵੀ ਕਰਕੇ ਆਏ, ਕੋਈ ਜ਼ਿਆਦਾ ਨਹੀਂ ਸੀ, ਕੁਛ ਕੁ ਫਾਈਲਾਂ ਜਿਹੜੀਆਂ ਮਿਸ ਹੋਈਆਂ ਉਹਨਾਂ ਨੂੰ ਟ੍ਰੇਸ ਤਾਂ ਕਰੋ ਨਾ। ਹਾਂਜੀ, 2900 ਫਾਈਲ ਸੀ ਡਾਕਟਰ ਸਾਹਿਬ। ਸੋ ਇਸ ਕਰਕੇ ਇਹਨਾਂ ਦੀ ਕ੍ਰਿਟਿਸਿਜ਼ਮ ਉੱਥੇ ਸ਼ੁਰੂ ਹੋਈ, ਤਾਂ ਵੈਸੇ ਸ਼ੁਰੂ ਤਾਂ ਹੋਈ ਅਮਰੀਕਾ ਦੇ ਵਿੱਚ। ਹਾਂਜੀ, ਵਾਸ਼ਿੰਗਟਨ ਪੋਸਟ ਨੇ ਕਾਫੀ ਸਟਿੰਗਿੰਗ ਆਰਟੀਕਲ ਸੀ ਉਹਨਾਂ ਦਾ ਐਡੀਟੋਰੀਅਲ। ਉਹ ਕਹਿੰਦੇ ਕਿ ਜਿਹੜਾ ਬੰਦਾ ਬੈਠਾ ਕੈਨੇਡਾ ਦੇ ਵਿੱਚ ਆ, ਇਸ਼ੂਜ਼ ਅਮਰੀਕਾ ਦੀਆਂ ਉਠਾ ਰਿਹਾ, ਅਮਰੀਕਾ ਦੀ ਜ਼ਿਆਦਾ ਫਿਕਰ ਆ, ਤੇ ਉਹ ਕਹਿੰਦੇ ਸਾਡੇ ਹੀ ਆ ਕੇ ਇੱਥੇ ਕਾਂਗਰਸ ਦੀ ਇਲੈਕਸ਼ਨ ਲੜ ਲਾ। ਤਾਂ ਹਾਂਜੀ, ਤੇ ਕਾਂਗਰਸ ਦੇ ਵਿੱਚ ਬੈਠ ਲਾ, ਉੱਥੇ ਜਾ ਕੇ ਇਹਨਾਂ ਇਸ਼ੂਜ਼ ਬਾਰੇ ਬੋਲੀ ਜਾਏ। ਔਰ ਉਸ ਤੋਂ ਬਾਅਦ ਫਿਰ ਕੈਨੇਡਾ ਦੇ ਕਾਲਮਨਿਸਟ ਨੇ ਇਹ ਗੱਲ ਉਠਾ ਲਈ ਕਿ ਚਲੋ ਹੁਣ ਕੈਨੇਡੀਅਨ ਇਸ਼ੂਜ਼ ਲੈ ਲੈਂਦੇ ਵੀ ਕਿਹੜੀ ਇਸ਼ੂ ਆ ਜਿਹੜੀ ਤੁਸੀਂ ਪੂਰੀ ਕੀਤੀ ਹੋਵੇ। ਤੁਸੀਂ ਬਾਹਰ ਜਾਏ ਸੋਹਣੇ ਬਾਹ ਕੇ ਇਦਾਂ ਤੁਰੇ ਫਿਰਨਾ, ਤੇ ਇਹ ਹਰੇਕ ਥਾਂ ਤੇ ਜਾ ਕੇ ਰੋ ਪੈਣਾ, ਹਰੇਕ ਥਾਂ ਤੇ ਜਾ ਕੇ ਅਪੋਲੋਜਾਈਜ਼ ਕਰ ਲੈਣਾ, ਹਰੇਕ ਥਾਂ ਤੇ ਕਹਿਣਾ ਅਸੀਂ ਆਹ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਤਾਂ ਕਰ ਅਜੇ ਤਾਈਂ ਕੁਛ ਨਹੀਂ ਸਕੇ। ਜਿਹੜਾ ਵੀ ਏਜੰਡਾ ਸੀ ਇਹਨਾਂ ਦਾ, ਉਹ ਕਹਿੰਦੇ ਕਿ ਕੱਲੀ ਇਹੀ ਗੱਲ ਨਹੀਂ ਹੈ, ਜਿਹੜੀਆਂ ਇਸ਼ੂਜ਼ ਸਾਡੇ ਤੇ ਨਹੀਂ ਲਾਗੂ ਹੁੰਦੀਆਂ ਉਹਨਾਂ ਬਾਰੇ ਤੁਸੀਂ ਕਾਨੂੰਨ ਵੀ ਕਰ ਰਹੇ। ਹੁਣ ਗਨ ਵਾਇਲੈਂਸ ਦੀ ਇਸ਼ੂ ਲੈ ਲਓ,
ਤੁਸੀਂ ਕਦੇ ਅੱਜ ਤਾਈਂ ਦੇਖਿਆ ਤੁਸੀਂ RCMP ਵਾਲੇ ਨੂੰ ਕਿਸੇ ਨੂੰ ਪੁੱਛ ਕੇ ਦੇਖ ਲਿਓ ਇੱਥੇ ਕਦੇ ਕਿਸੇ ਨੇ ਜਿਹੜੇ ਬੰਦੇ ਜ਼ਿਆਦਾ ਤੌਰ ਤੇ ਕਤਲ ਕਰਦੇ ਆ ਜਿਹੜੇ ਗੈਂਗਸਟਰ ਗਨ ਯੂਜ਼ ਕਰਦੇ ਆ ਉਹਨਾਂ ਨੇ ਕਦੇ ਲਾਇਸੈਂਸ ਹਥਿਆਰਾਂ ਨਾਲ ਹਮਲਾ ਕੀਤਾ ਕਿਤੇ ਨਹੀਂ ਇੱਥੇ ਕਿਸੇ ਨੇ ਜੇ ਗਨ ਲੈਣੀ ਆ ਤਾਂ ਬੰਦੇ ਤੁਰੇ ਫਿਰਦੇ ਆ ਜਿਹੜੇ ਅਮਰੀਕਾ ਤੋਂ ਗਨ ਲੈ ਕੇ ਆਉਂਦੇ ਆ ਤਾਂ ਉਹ ਤੁਹਾਨੂੰ ਹਰ ਤਰ੍ਹਾਂ ਦੀ ਗਨ ਵੇਚ ਦਿੰਦੇ ਹਾਂਜੀ ਹਾਂ ਪ੍ਰਾਈਸ ਥੋੜੀ ਜ਼ਿਆਦੀ ਆ ਦੂਜਿਆਂ ਨੂੰ ਜੇ ਤੁਸੀਂ ਸੈਟਲ ਰਹਿੰਦੇ ਹੋਣਗੇ ਤਾਂ ਤੁਸੀਂ ਗਨ ਸਟੋਰ ਤੋਂ ਲੈ ਸਕਦੇ ਆ ਸਸਤੀ ਪਰ ਇੱਥੇ ਬੰਦੇ ਵੇਚਦੇ ਆ ਇਹੀ ਬੰਦੇ ਆ ਗੈਂਗਸ ਜਿਹੜੀਆਂ ਉੱਥੋਂ ਸਮਗਲਿੰਗ ਕਰਕੇ ਲੈ ਕੇ ਆਉਂਦੇ ਵੈਪਨਸ ਤੁਸੀਂ ਉਹ ਜਿੰਨੇ ਮਰਜ਼ੀ ਕਾਨੂੰਨ ਬਣਾਈ ਜਾਓ ਜਿਹੜੇ ਬੰਦੇ ਜਿਨ੍ਹਾਂ ਨੇ ਲਾਇਸੈਂਸ ਲਿਆ ਹੈ ਨਾ ਉਹਨਾਂ ਨੇ ਇਸ ਤਰੀਕੇ ਨਾਲ ਨਹੀਂ ਵਰਤਣੇ ਉਹ ਦੂਜਿਆਂ ਤੇ ਨਹੀਂ ਵਰਤਣ ਜਾਂਦੇ ਉਹਨਾਂ ਨੇ ਸ਼ਾਇਦ ਸ਼ਿਕਾਰ ਕਰਨ ਜਾਣਾ ਹੋਵੇ ਸ਼ਾਇਦ ਸ਼ੂਟਿੰਗ ਰੇਂਜ ਤੇ ਜਾਣਾ ਹੋਵੇ ਕਈਆਂ ਨੂੰ ਹੌਬੀ ਹੁੰਦੀ ਹੈ ਦੈਟਸ ਅ ਡਿਫਰੈਂਟ ਸਟੋਰੀ ਪਰ ਜਿਹੜੇ ਜਾ ਕੇ ਇੱਕ ਦੂਜੇ ਨੂੰ ਮਾਰਦੇ ਆ ਗੈਂਗਸ ਦੇ ਵਿੱਚ ਜਿਹੜੇ ਹਥਿਆਰ ਵਰਤਦੇ ਆ ਉਹ ਗੈਂਗਸਟਰਸ ਕਿਸੇ ਨੂੰ ਬੰਦੇ ਨੂੰ ਮਾਰ ਕੇ ਉਦੋਂ ਹੀ ਸੱਟ ਦਿੰਦੇ ਆ ਉਹਨੂੰ ਆਇਡੈਂਟੀਫਾਈ ਕਰਕੇ ਦੇਖ ਲਓ ਜਿਹੜੀ ਵੀ ਗਨ ਹੈਗੀ ਆ ਜਿਹੜਾ ਰਿਵਾਲਵਰ ਯੂਜ਼ ਕੀਤਾ ਹੈ ਕੀ ਇਹ ਲਾਇਸੈਂਸ ਸੀ ਕੋਈ ਲਾਇਸੈਂਸ ਨਹੀਂ ਪਰ ਇਹ ਇਸ਼ੂ ਬਣਾਉਣੀ ਲੋਕਾਂ ਨੂੰ ਡਰਾ ਕੇ ਵੋਟਾਂ ਲੈਣੀ ਹਾਂਜੀ ਅਬੋਰਸ਼ਨ ਦੀ ਵੀ ਇਸ਼ੂ ਇਸੇ ਤਰ੍ਹਾਂ ਹੈ ਕਿ ਲੋਕਾਂ ਨੂੰ ਡਰਾਓ ਤਾਂ ਕਿ ਸਾਨੂੰ ਵੋਟਾਂ ਮਿਲਣ ਜੇ ਉਹ ਕਹਿੰਦੇ ਆਹ ਹੀ ਕੰਮ ਕਰਨਾ ਤਾਂ ਸਾਡੇ ਇੱਥੇ ਅਮਰੀਕਾ 'ਚ ਰਨ ਕਰ ਲਓ ਜਿਹੜੇ ਕੈਨੇਡੀਅਨ ਇਸ਼ੂ ਸੀ ਉਹਨਾਂ ਦੇ ਤੁਸੀਂ ਬੋਲੇ ਨਹੀਂ ਅੱਜ ਤਾਈਂ ਹਾਂਜੀ ਜੇ ਬੋਲੇ ਆ ਤਾਂ ਸਿਰਫ ਗੱਲਾਂ ਹੀ ਕੀਤੀਆਂ ਉਹਨਾਂ ਨੂੰ ਸਿਰੇ ਵੀ ਚੜ੍ਹਨਾ ਪੈਣਾ ਨਾ ਕਿਸੇ ਤਰੀਕੇ ਨਾਲ ਹਾਂਜੀ ਜੇ ਤੁਸੀਂ ਕਹੀ ਜਾਂਦੇ ਆ ਕਿ ਅਸੀਂ ਇੰਡੀਜਨਸ ਲੋਕਾਂ ਨਾਲ ਨਿਆਂ ਕਰਨਾ ਕਿੱਦਾਂ ਹਾਂਜੀ ਕਾਹਦੇ ਨਾਲ ਉੱਥੇ ਆ ਕੇ ਰੋਣਾ ਅਪੋਲੋਜੀ ਕਰਨਾ ਅਪੋਲੋਜੀਜ਼ ਇੰਨੀਆਂ ਸਸਤੀਆਂ ਹੋ ਗਈਆਂ ਨਾ ਇੱਥੇ ਸਭ ਤੋਂ ਸਸਤੀ ਜੇ ਚੀਜ਼ ਹੋਈ ਇਨਫਲੇਸ਼ਨ ਜੇ 'ਚ ਨਹੀਂ ਵਧੀ ਉਹ ਮੇਰਾ ਖਿਆਲ ਹੈ ਸੌਰੀ ਕਹਿਣ ਤੇ ਨਹੀਂ ਵਧੀ ਹਰ ਚੀਜ਼ ਮਹਿੰਗੀ ਹੋਈ ਆ ਇੱਕ ਚੀਜ਼ ਨਹੀਂ ਮਹਿੰਗੀ ਹੋਈ ਜਿਹੜੀ ਅਪੋਲੋਜੀ ਹੈ ਜੀ ਹਰੇਕ ਬੰਦਾ ਆਉਂਦਾ ਹਰੇਕ ਲੀਡਰ ਆਉਂਦਾ ਚਾਹੇ ਉਹ ਮਿਊਨਿਸਪਲ ਹੋਵੇ ਚਾਹੇ ਉਹ ਪ੍ਰੋਵਿੰਸ਼ੀਅਲ ਹੋਵੇ ਚਾਹੇ ਫੈਡਰਲ ਹੋਵੇ ਇਹ ਗੱਲ ਤੇ ਸੌਰੀ ਕਹਿਣ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਹਾਂਜੀ ਕਿਉਂਕਿ ਉਹ ਤੇ ਬਹੁਤਾ ਟਾਈਮ ਨਹੀਂ ਲੱਗਦਾ ਨਾਲੇ ਡਾਕਟਰ ਸਾਹਿਬ ਇਹ ਹੈਗਾ ਕਿ ਉਹ ਲੋਕਾਂ ਦਾ ਸਿਰਫ ਹਮਦਰਦੀ ਉਹਨਾਂ ਨੂੰ ਹੁੰਦੀ ਕਿ ਸ਼ਾਇਦ ਸਾਨੂੰ ਮਿਲ ਜੂਗੀ ਜਿਵੇਂ ਹੁਣੇ ਤੁਸੀਂ ਗੱਲਬਾਤ ਵੀ ਕੀਤੀ ਕਿ ਇੰਡੀਜਨਸ ਬੱਚਿਆਂ ਦੀਆਂ ਜਦੋਂ ਕਬਰਾਂ ਮਿਲਦੀਆਂ ਨੇ ਉਦੋਂ ਸਾਰੇ ਬੜਾ ਦੁੱਖ ਦਾ ਇਜ਼ਹਾਰ ਕਰਦੇ ਆ ਰੋਂਦੇ ਆ ਤੇ ਸੌਰੀ ਬੋਲਦੇ ਆ ਪਰ ਅਮਲੀ ਰੂਪ ਦੇ ਵਿੱਚ ਕੁਝ ਨਹੀਂ ਕਰਦੇ ਹੈਗੇ ਉਹਨਾਂ ਦੇ ਹਾਲਾਤ ਤਾਂ ਉਹੋ ਜਿਹੇ ਬਣੇ ਹੋਏ ਆ ਜੀ ਚਲੋ ਅੱਜ ਦਾ ਵਿਚਾਰ ਦੱਸੋ ਹਾਂਜੀ ਡਾਕਟਰ ਸਾਹਿਬ ਅੱਜ ਦਾ ਵਿਚਾਰ ਹੈ ਕਿ ਜਦੋਂ ਬੇੜੀ ਉਲਟਦੀ ਹੈ ਤਾਂ ਸਾਰੇ ਹੀ ਗਿੱਲੇ ਹੋ ਜਾਂਦੇ ਆ ਇਸੇ ਨੋਟ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ